ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਮਾਈ ਸੈਲਫ ਪ੍ਰਭਜੋਤ ਐਂਡ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਪ੍ਰੀਵੀਅਸ ਈਅਰ ਕੁਐਸਚਨਸ। ਦੇਖੋ ਜੀ, ਟੋਟਲ ਮੈਂ ਤੁਹਾਨੂੰ ਦਿਖਾ ਦੇਣੀ ਆ। ਸਾਡੇ ਕੋਲ ਟੋਟਲ 81 ਕੁਐਸਚਨ ਹੋਣ ਵਾਲੇ ਨੇ, ਠੀਕ ਹੈ। ਯਾਨੀ ਕਿ 80+ ਕੁਐਸਚਨਸ ਹੋਣਗੇ। ਪ੍ਰੀਵੀਅਸ ਈਅਰ ਕੁਐਸਚਨਸ ਨੇ 2013 ਦੇ ਵਿੱਚ, 2011 'ਚ, 2015, 2016 ਦੇ ਵਿੱਚ ਪੁੱਛੇ ਗਏ ਨੇ। ਐਂਡ ਇਸ ਤੋਂ ਪਹਿਲੇ ਕੁਛ ਮੋਸਟ ਐਕਸਪੈਕਟਡ ਕੁਐਸਚਨਸ ਨੇ ਜਿਹੜੇ ਆਉਣ ਵਾਲੇ ਪੀਐਸ ਟੈਟ ਦੇ ਵਿੱਚ ਆ ਸਕਦੇ ਨੇ, ਠੀਕ ਹੈ ਜੀ। ਬਹੁਤ ਹੀ ਇੰਪੋਰਟੈਂਟ ਕੁਐਸਚਨਸ ਨੇ। ਪਹਿਲੇ ਇਹਨਾਂ ਨੂੰ ਦੇਖ ਲੈਂਦੇ ਆ, ਉਸ ਤੋਂ ਬਾਅਦ ਬਾਕੀ ਜਿਹੜੇ ਸਾਡੇ ਪ੍ਰੀਵੀਅਸ ਈਅਰਸ ਨੇ ਉਹ ਤਾਂ ਅਸੀਂ ਕਰਨੇ ਹੀ ਨੇ, ਠੀਕ ਹੈ ਜੀ। ਸੋ ਵਿਦਾਊਟ ਵੇਸਟਿੰਗ ਲੈਟਸ ਸਟਾਰਟ। ਸੋ ਆਵਰ ਫਸਟ ਕੁਐਸਚਨ ਇਜ਼ ਮਨੁੱਖ ਜਾਤੀ ਦੇ ਵਿਕਾਸ ਦਾ ਇੱਕ ਮੁੱਖ ਕਾਰਨ ਕੀ ਹੈ? ਪੜ੍ਹਨਾ, ਲਿਖਣਾ, ਸਿੱਖਣਾ ਅਤੇ ਨਕਲ ਕਰਨਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਰਵਸ਼੍ਰੇਸ਼ਟ ਪ੍ਰਾਣੀ ਇਸ ਧਰਤੀ ਦੇ ਉੱਤੇ, ਸੰਸਾਰ ਦੇ ਉੱਤੇ ਕਿਸ ਨੂੰ ਮੰਨਿਆ ਜਾਂਦਾ ਹੈ? ਮਨੁੱਖ ਨੂੰ ਮੰਨਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਕੀ ਹੈ? ਕਿਉਂਕਿ ਇੱਕ ਜਿਹੜੀ ਮਨੁੱਖ ਦੀ ਪ੍ਰਵਿਰਤੀ ਹੈ ਉਹ ਕੀ ਹੈ? ਸਿੱਖਣਾ। ਹਰ ਇੱਕ ਮਨੁੱਖ ਜਿਹੜਾ ਹੈ, ਭਾਵੇਂ ਜਾਣੇ ਅਣਜਾਣੇ 'ਚ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਇਸ ਕਰਕੇ ਮਨੁੱਖ ਜਾਤੀ ਦੇ ਵਿਕਾਸ ਦਾ ਮੁੱਖ ਕਾਰਨ ਕੀ ਹੈ? ਸਿੱਖਣਾ, ਲਰਨਿੰਗ। ਨੈਕਸਟ ਹੈ, ਸਿੱਖਣ ਦੇ ਸੰਕਲਪ ਦਾ ਅਸਲ ਵਿੱਚ ਅਰਥ ਹੈ। ਸਿੱਖਣ ਦੇ ਸੰਕਲਪ ਦਾ ਅਸਲ ਵਿੱਚ ਕੀ ਅਰਥ ਹੈ? ਸਕੂਲੀ ਸਿੱਖਿਆ, ਲਿਖਣ ਦੀ ਪ੍ਰਕਿਰਿਆ, ਘਰੇਲੂ ਸਿੱਖਿਆ, ਜੀਵਨ ਭਰ ਦੀ ਸਿੱਖਣ ਪ੍ਰਕਿਰਿਆ। ਜਿਵੇਂ ਕਿ ਕੱਲ੍ਹ ਵੀ ਅਸੀਂ ਪੜ੍ਹਿਆ ਸੀ, ਲਰਨਿੰਗ ਕੀ ਹੈ? ਇੱਕ ਜੋ ਮਨੁੱਖ ਹੈ ਜਨਮ ਤੋਂ ਲੈ ਕੇ ਆਪਣੇ ਅੰਤਲੇ ਪੜਾਅ ਤੱਕ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਭਾਵ ਇਹ ਕਿ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਠੀਕ ਹੈ ਜੀ। ਯਾਦ ਹੈ ਤੁਹਾਨੂੰ ਸਾਰਿਆਂ ਨੂੰ, ਕੱਲ੍ਹ ਦੇ ਲੈਕਚਰ 'ਚ ਕੀਤਾ ਸੀ ਅਸੀਂ। ਥਰਡ ਕੁਐਸਚਨ ਹੈ, ਸਿੱਖਣ ਦਾ ਅਰਥ ਵਿਵਹਾਰ ਵਿੱਚ ਆਉਣ ਵਾਲਾ ਪ੍ਰਗਤੀਸ਼ੀਲ ਬਦਲਾਓ ਹੈ ਜੋ ਅਨੁਭਵ ਦੁਆਰਾ ਆਉਂਦਾ ਹੈ। ਯਾਨੀ ਕਿ ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਸੀ, ਜਦੋਂ ਵੀ ਲਰਨਿੰਗ ਹੁੰਦੀ ਹੈ ਤਾਂ ਸਾਡੇ ਬਿਹੇਵੀਅਰ ਦੇ ਵਿੱਚ ਕੁਝ ਚੇਂਜਸ ਆਉਂਦੇ ਨੇ। ਜਿਵੇਂ ਤੁਸੀਂ ਇਹ ਵੀਡੀਓ ਦੇਖੋਗੇ ਹੈ ਨਾ, ਪ੍ਰੀਵੀਅਸ ਈਅਰ ਕਰ ਲਓਗੇ ਤਾਂ ਤੁਹਾਡੇ ਵਿੱਚ ਕੀ ਆਏਗਾ? ਮੋਟੀਵੇਸ਼ਨ ਆਏਗਾ, ਕੌਨਫੀਡੈਂਸ ਆਏਗਾ ਕਿ ਅੱਜ ਅਸੀਂ ਇੱਕ ਚੈਪਟਰ ਕੰਪਲੀਟ ਕਰ ਲਿਆ, 2 ਕਰ ਲਏ, ਤਾਂ ਤੁਹਾਡੇ ਵਿਵਹਾਰ ਦੇ ਵਿੱਚ ਕੀ ਆਇਆ? ਅੰਤਰ ਆਇਆ, ਰਾਈਟ। ਇੱਕ ਜਿਹੜਾ ਵਿਅਕਤੀ ਹੈ ਜਿਸ ਦੇ ਕੋਲ ਬਹੁਤ ਨੌਲੇਜ ਹੈ ਔਰ ਇੱਕ ਅਗਿਆਨੀ ਵਿਅਕਤੀ ਹੈ, ਦੋਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਫਰੈਂਸ ਹੋਏਗਾ ਉਹਨਾਂ ਦੇ ਵਿਵਹਾਰ ਦੇ ਵਿੱਚ। ਕਿਉਂਕਿ ਇਹ ਜਿਹੜਾ ਵਿਅਕਤੀ ਹੈ ਜੋ ਸਿੱਖਣ ਵਾਲਾ ਹੈ, ਉਸ ਕੋਲ ਕੀ ਹੁੰਦੇ ਨੇ? ਐਕਸਪੀਰੀਅੰਸਿਸ ਹੁੰਦੇ ਨੇ, ਅਨੁਭਵ ਹੁੰਦੇ ਨੇ। ਉਸ ਇਹ ਗੱਲ ਕੌਣ ਕਰਦੇ ਨੇ? ਇਹ ਗੱਲ ਸਾਨੂੰ ਦੱਸਦੇ ਨੇ ਗੇਟਸ, ਠੀਕ ਹੈ ਜੀ। ਇਹ ਕਥਨ ਕੌਣ ਕਹਿੰਦਾ ਹੈ? ਗੇਟਸ ਕਹਿੰਦੇ ਨੇ। ਯਾਦ ਰੱਖਣਾ ਤੁਸੀਂ, ਇਹ ਕਥਨ ਕਿਸ ਨੇ ਕਿਹਾ ਹੈ? ਆਉਣ ਵਾਲੇ ਐਗਜ਼ਾਮ 'ਚ ਰਿਪੀਟ ਹੋ ਸਕਦਾ। ਆਪਾਂ ਨੂੰ ਕੋਈ ਕੁਛ ਨਹੀਂ ਪਤਾ ਵੀ ਕਿਹੜਾ ਕੁਐਸਚਨ ਰਿਪੀਟ ਹੋ ਜਾਏ, ਇਸ ਕਰਕੇ ਅਸੀਂ ਸਾਰੇ ਹੀ ਕੁਐਸਚਨਸ ਨੂੰ ਨਾਲ ਲੈ ਕੇ ਚੱਲਣਾ ਹੈ। ਐਕਸਪੈਕਟਡ ਕੁਐਸਚਨ ਵੀ ਕਰਨੇ ਨੇ ਅਤੇ ਪ੍ਰੀਵੀਅਸ ਈਅਰ 'ਚ ਜੋ ਹੈਗੇ ਨੇ ਉਹ ਵੀ ਕਰਨੇ ਆ। ਗ੍ਰਹਿਣ ਕਰਨਾ ਅਤੇ ਯਾਦ ਰੱਖਣਾ, ਇਹ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣਾ ਹਨ। ਇਹ ਕਥਨ ਹੈ। ਭਾਵੇਂ ਗ੍ਰਹਿਣ ਕਰਨਾ ਹੈ, ਜਿਵੇਂ ਕਿ ਅਸੀਂ ਮਾਤ ਭਾਸ਼ਾ ਨੂੰ ਗ੍ਰਹਿਣ ਕਰਦੇ ਹਾਂ, ਉਸ ਨੂੰ ਅਸੀਂ ਐਫਰਟਸ ਲਗਾ ਕੇ ਲਰਨ ਨਹੀਂ ਕਰਦੇ, ਇਸ ਕਰਕੇ ਉਹਨੂੰ ਕੀ ਬੋਲਦੇ ਆ? ਗ੍ਰਹਿਣ ਕਰਨਾ। ਗ੍ਰਹਿਣ ਕਰਨਾ ਅਤੇ ਯਾਦ ਰੱਖਣਾ, ਇਹ ਦੋਵੇਂ ਹੀ ਕਿਸ ਦੇ ਰੂਪ ਨੇ? ਸਿੱਖਣ ਦੇ। ਇਹ ਗੱਲ ਕੌਣ ਕਹਿੰਦੇ ਨੇ? ਇਹ ਗੱਲ ਕਹੀ ਗਈ ਹੈ ਸਕਿਨਰ ਦੇ ਵੱਲੋਂ, ਠੀਕ ਹੈ ਜੀ। ਸਕਿਨਰ ਦਾ ਕਹਿਣਾ ਹੈ ਕਿ ਗ੍ਰਹਿਣ ਕਰਨਾ ਅਤੇ ਯਾਦ ਰੱਖਣਾ, ਇਹ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣਾ ਹਨ। ਨੈਕਸਟ ਕੁਐਸਚਨ, ਸਿੱਖਣਾ ਅਤੇ ਗ੍ਰਹਿਣ ਕਰਨਾ ਇੱਕ ਅਜਿਹਾ ਬਦਲਾਅ ਹੈ ਜੋ ਮੂਲ ਰੂਪ ਵਿੱਚ, ਜਿਵੇਂ ਕਿ ਕੱਲ੍ਹ ਵੀ ਦੱਸਿਆ ਹੈ ਕਿ ਸਿੱਖਣ ਦੇ ਨਾਲ ਵਿਵਹਾਰ ਦੇ ਵਿੱਚ ਕਿਹੜਾ ਪਰਿਵਰਤਨ ਆਉਂਦਾ ਹੈ? ਸਥਾਈ ਪਰਿਵਰਤਨ ਆਉਂਦਾ ਹੈ। ਯਾਨੀ ਕਿ ਜਿਹੜੇ ਵੀ ਚੇਂਜਸ ਹੋਣਗੇ ਉਹ ਕੀ ਹੋਣਗੇ? ਪਰਮਾਨੈਂਟ ਹੋਣਗੇ। ਇਸ ਕਰਕੇ ਸਾਡੀ ਰਾਈਟ ਆਨਸਰ ਕੀ ਹੈ? ਸਥਾਈ ਹੈ। ਸਿੱਖਣਾ ਅਤੇ ਗ੍ਰਹਿਣ ਕਰਨਾ ਇੱਕ ਅਜਿਹਾ ਬਦਲਾਅ ਹੈ ਜੋ ਮੂਲ ਰੂਪ ਦੇ ਵਿੱਚ ਸਥਾਈ ਹੈ। ਨੈਕਸਟ ਕੁਐਸਚਨ, ਸਿੱਖਣ ਨਾਲ ਬੱਚਾ ਗ੍ਰਹਿਣ ਕਰਦਾ ਹੈ। ਜਦੋਂ ਬੱਚਾ ਸਿੱਖਦਾ ਹੈ ਤਾਂ ਉਸਨੂੰ ਕਿਹੜੀਆਂ ਚੀਜ਼ਾਂ ਗ੍ਰਹਿਣ ਹੁੰਦੀਆਂ ਨੇ? ਸਾਨੂੰ ਪਤਾ ਹੈ, ਇੱਕ ਤਾਂ ਉਹਨੂੰ ਨੌਲੇਜ ਮਿਲਦੀ ਹੈ, ਗਿਆਨ ਪ੍ਰਾਪਤ ਹੁੰਦਾ ਹੈ, ਸਕਿੱਲਸ ਨੂੰ ਸਿੱਖਦਾ ਹੈ, ਕੌਸ਼ਲ ਸਿੱਖਦਾ ਹੈ, ਮਨੋਬਿਰਤੀਆਂ ਦਾ ਵਿਕਾਸ ਹੁੰਦਾ ਹੈ। ਇਸ ਕਰਕੇ ਸਾਡੀ ਰਾਈਟ ਆਨਸਰ ਕੀ ਹੋਏਗੀ? ਉਪਰੋਕਤ ਸਾਰੇ। ਨੈਕਸਟ ਕੁਐਸਚਨ ਹੈ, ਸਿੱਖਣਾ ਇੱਕ ਮਨੁੱਖ ਲਈ ਹੁੰਦਾ ਹੈ। ਸਿੱਖਣਾ ਕੀ ਹੋ ਸਕਦਾ ਹੈ ਇੱਕ ਮਨੁੱਖ ਦੇ ਲਈ? ਇੱਕ ਮਨੁੱਖ ਦੀ ਗੱਲ ਕੀਤੀ ਹੈ ਨਾ, ਤਾਂ ਉਹ ਕੀ ਹੋ ਸਕਦਾ ਹੈ? ਵਿਅਕਤੀਗਤ। ਇੱਕ ਮਨੁੱਖ ਹੈ ਉਹ ਸਮੂਹ ਦੇ ਵਿੱਚ ਵੀ ਰਹਿ ਕੇ ਸਿੱਖਦਾ ਹੈ ਅਤੇ ਇਕੱਲਾ, ਯਾਨੀ ਕਿ ਵਿਅਕਤੀਗਤ ਤੌਰ 'ਤੇ ਵੀ ਸਿੱਖਦਾ ਹੈ। ਸੋ ਸਿੱਖਣਾ ਇੱਕ ਮਨੁੱਖ ਲਈ ਕੀ ਹੋਏਗਾ? ਵਿਅਕਤੀਗਤ ਹੋਏਗਾ। ਅਗਰ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਮਨੁੱਖਾਂ ਲਈ, ਤਾਂ ਉਹਦਾ ਰਾਈਟ ਆਨਸਰ ਕੀ ਹੋਣੀ ਸੀ? ਸਮੂਹਿਕ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਸਿੱਖਣਾ ਕਿਹੜੀ ਕਿਸਮ ਦੀ ਪ੍ਰਕਿਰਿਆ ਹੈ? ਕੱਲ੍ਹ ਵੀ ਅਸੀਂ ਇਹਨੂੰ ਪੜ੍ਹਿਆ ਸੀਗਾ ਵੀ ਸਿੱਖਣਾ ਮਨੋਵਿਗਿਆਨਿਕ ਕਿਸਮ ਦੀ ਪ੍ਰਕਿਰਿਆ ਹੈ, ਜਿਸ ਦੇ ਨਾਲ ਸਾਡੇ ਕੋਗਨੇਟਿਵ ਡਿਵੈਲਪਮੈਂਟ ਯਾਨੀ ਕਿ ਗਿਆਨਾਤਮਕ ਅਤੇ ਕਿਰਿਆਤਮਕ ਪੱਖਾਂ ਦਾ ਵਿਕਾਸ ਹੁੰਦਾ ਹੈ। ਜਲਦੀ ਸਿੱਖਣ ਲਈ ਅਤੇ ਗ੍ਰਹਿਣ ਕਰਨ ਲਈ ਵਿਦਿਆਰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ? ਅਗਰ ਕਿਸੇ ਵੀ ਵਿਦਿਆਰਥੀ ਨੂੰ ਜਲਦੀ ਸਿਖਾਉਣਾ ਹੈ ਤਾਂ ਉਹ ਕੀ ਹੋਣਾ ਚਾਹੀਦਾ? ਐਕਟਿਵ ਹੋਣਾ ਚਾਹੀਦਾ ਹੈ। ਜਦੋਂ ਤੱਕ ਬੱਚੇ ਕਲਾਸਰੂਮ ਦੇ ਵਿੱਚ ਐਕਟਿਵ ਨਹੀਂ ਹੋਣਗੇ, ਐਕਟਿਵ ਹੋ ਕੇ ਨਹੀਂ ਸਿੱਖਣਗੇ,
ਤਾਂ ਉਹ ਸਿੱਖ ਨਹੀਂ ਸਕਦੇ, ਉਹਨਾਂ ਦੀ ਲਰਨਿੰਗ ਨਹੀਂ ਹੋ ਸਕਦੀ। ਇਸ ਲਈ ਜਲਦੀ ਸਿੱਖਣ ਦੇ ਲਈ ਵਿਦਿਆਰਥੀ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ? ਕਾਰਜਸ਼ੀਲ, ਨਾ ਕਿ ਆਲਸੀ ਔਰ ਸੁਸਤ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਵਧੇਰੇ ਬੁੱਧੀਮਾਨ ਮਨੁੱਖ ਕਿਵੇਂ ਸਿੱਖਦਾ ਹੈ? ਜਿਸ ਦੀ ਬਹੁਤ ਹੀ ਜਿਹੜਾ ਇਨਸਾਨ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਹੁੰਦਾ ਉਹ ਕਿਵੇਂ ਸਿੱਖਦਾ ਹੈ? ਜਲਦੀ ਤੇ ਵਧੇਰੇ ਜਲਦੀ ਸਿੱਖ ਲੈਂਦਾ ਤੇ ਜ਼ਿਆਦਾ ਸਿੱਖਦਾ ਦੂਜੇ ਆਮ ਇਨਸਾਨ ਦੇ ਨਾਲੋਂ। ਠੀਕ ਹੈ ਜੀ। 11th ਕੁਐਸਚਨ ਕਰਦੇ ਹਾਂ। ਸਿੱਖਣ ਤੇ ਅਧਿਆਪਨ ਵਿਚਕਾਰ ਕੋਈ ਅੰਤਰ ਨਹੀਂ, ਡੂੰਘਾ ਸੰਬੰਧ ਹੈ, ਥੋੜ੍ਹਾ ਸੰਬੰਧ ਹੈ ਅਤੇ ਉਪਰੋਕਤ ਕੋਈ ਨਹੀਂ। ਸਿੱਖਣ ਲਰਨਿੰਗ ਕਰਨਾ, ਅਧਿਆਪਨ ਯਾਨੀ ਕਿ ਟੀਚਿੰਗ ਕਰਨਾ। ਠੀਕ ਹੈ। ਇੱਕ ਅਧਿਆਪਕ ਕੀ ਹੈ? ਇੱਕ ਬੱਚੇ ਨੂੰ ਸਿਖਾਉਂਦਾ ਹੈ, ਆਪ ਵੀ ਬਹੁਤ ਕੁਝ ਸਿੱਖਦਾ ਹੈ। ਇਸ ਕਰਕੇ ਸਿੱਖਣ ਤੇ ਅਧਿਆਪਨ ਦੇ ਵਿੱਚ ਡੂੰਘਾ ਸੰਬੰਧ ਹੈ। ਦੋਵੇਂ ਸੈਪਰੇਟ ਚੀਜ਼ਾਂ ਨਹੀਂ ਹੈ, ਦੋਨਾਂ ਦੇ ਵਿੱਚ ਡੂੰਘਾ ਸੰਬੰਧ ਹੈ। ਭਾਸ਼ਾ ਸਿੱਖਿਆ ਵਿੱਚ ਬਹੁਤ ਮਹੱਤਵ ਹੁੰਦਾ ਹੈ। ਸੂਚਨਾਵਾਂ ਦਾ, ਤੱਥਾਂ ਦਾ, ਭਾਵਾਂ ਦੀ ਪ੍ਰਕਿਰਤੀ ਦਾ, ਉਪਰੋਕਤ ਸਾਰੇ ਦਾ। ਇਸ ਦੀ ਰਾਈਟ ਆਨਸਰ ਕੀ ਹੋਏਗੀ? ਭਾਵਾਂ ਦੀ ਪ੍ਰਕਿਰਤੀ ਦਾ। ਜਦੋਂ ਵੀ ਭਾਸ਼ਾ ਸਿਖਾਈ ਜਾਂਦੀ ਹੈ ਉਸ ਵਿੱਚ ਸਭ ਤੋਂ ਜ਼ਿਆਦਾ ਕਿਸ ਨੂੰ ਮਹੱਤਵ ਦਿੱਤਾ ਜਾਂਦਾ ਹੈ? ਭਾਸ਼ਾ ਦੀ ਪ੍ਰਕਿਰਤੀ ਨੂੰ, ਵੀ ਭਾਸ਼ਾ ਦਾ ਨੇਚਰ ਕਿਵੇਂ ਜਿਹਾ, ਉਸ ਅਕੋਰਡਿੰਗ ਹੀ ਜਿਹੜਾ ਬੱਚੇ ਨੂੰ ਟੀਚ ਕੀਤਾ ਜਾਂਦਾ ਹੈ। ਬੱਚਾ ਵਾਤਾਵਰਣ ਤੋਂ ਭਾਸ਼ਾ ਕਿਵੇਂ ਸਿੱਖਦਾ ਹੈ? ਅਨੁਕਰਨ ਦੁਆਰਾ, ਅਨੁਭਵ ਦੁਆਰਾ, ਲਿਖ ਕੇ ਜਾਂ ਫਿਰ ਸੁਣ ਕੇ। ਜਿਵੇਂ ਕਿ ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ, ਬੱਚਿਆਂ ਦੇ ਵਿੱਚ ਇਮੀਟੇਸ਼ਨ ਕਰਨ ਦੀ ਯਾਨੀ ਕਿ ਨਕਲ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਇੱਕ ਬੱਚਾ ਜਿਹੜਾ ਛੋਟਾ ਹੁੰਦਾ ਉਸ ਟਾਈਮ 'ਤੇ ਉਹ ਕੀ ਕਰਦਾ ਹੈ? ਆਪਣੇ ਆਲੇ ਦੁਆਲੇ ਤੋਂ ਬਹੁਤ ਕੁਝ ਨਕਲ ਕਰਕੇ ਸਿੱਖਦਾ ਹੈ। ਠੀਕ ਹੈ ਜੀ। ਭਾਸ਼ਾ ਸਿੱਖਣਾ ਬੱਚੇ ਦੀ ਪ੍ਰਵਿਰਤੀ ਹੈ। ਇੱਕ ਬੱਚਾ ਹੈ ਛੋਟਾ, ਉਹ ਭਾਸ਼ਾ ਸਿੱਖ ਜਾਂਦਾ ਹੈ, ਉਹ ਖੁਦ ਐਫਰਟਸ ਇੰਨੇ ਨਹੀਂ ਲਗਾਉਂਦਾ, ਬਲਕਿ ਉਹਨੂੰ ਸਹਿਜ ਅਤੇ ਸੁਭਾਵਿਕ ਪ੍ਰਵਿਰਤੀ ਹੈ। ਠੀਕ ਹੈ। ਬੱਚੇ ਦੇ ਅੰਦਰ ਕੀ ਹੈ? ਨੋਮ ਚੋਮਸਕੀ ਨੇ ਉਹਨਾਂ ਲਿੰਗੁਇਸਟਿਕ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਰ ਇੱਕ ਵਿਅਕਤੀ ਦੇ ਵਿੱਚ LAD ਹੁੰਦਾ, ਯਾਨੀ ਕਿ ਲੈਂਗੁਏਜ ਐਕੁਜ਼ੀਸ਼ਨ ਡਿਵਾਈਸ ਹੁੰਦਾ, ਜਿਸ ਦੇ ਰਾਹੀਂ ਅਸੀਂ ਭਾਸ਼ਾ ਨੂੰ ਸਿੱਖਦੇ ਹਾਂ। ਸੋ ਭਾਸ਼ਾ ਸਿੱਖਣਾ ਬੱਚੇ ਦੀ ਕਿਹੜੀ ਪ੍ਰਵਿਰਤੀ ਹੈ? ਸਹਿਜ ਤੇ ਸੁਭਾਵਿਕ। ਸਹਿਜ ਤੇ ਸੁਭਾਵਿਕ ਹੀ ਬੱਚਾ ਭਾਸ਼ਾ ਨੂੰ ਸਿੱਖ ਲੈਂਦਾ ਹੈ। ਭਾਸ਼ਾ ਸਿੱਖਣ ਦੇ ਸੁਭਾਵਿਕਤਾ ਦਾ ਸਿਧਾਂਤ ਦਾ ਕੀ ਅਰਥ ਹੈ? ਸੁਭਾਵਿਕਤਾ ਦਾ ਸਿਧਾਂਤ ਕੱਲ੍ਹ ਅਸੀਂ ਪੜ੍ਹਿਆ ਸੀ, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ। ਸੋ ਇਹਦਾ ਰਾਈਟ ਆਨਸਰ ਤੁਸੀਂ ਦੱਸੋ ਕੀ ਹੋਏਗਾ? ਬੱਚਾ ਸਵੇਰੇ ਜਲਦੀ ਸਿੱਖਦਾ ਹੈ, ਬੱਚਾ ਸੁਭਾਵਿਕ ਹਾਲਤ ਵਿੱਚ ਬੈਠ ਕੇ ਸਿੱਖਦਾ ਹੈ, ਭਾਸ਼ਾ ਸਿੱਖਣ ਦੀ ਸ਼ਕਤੀ ਕੁਦਰਤੀ ਹੈ, ਜਾਂ ਫਿਰ ਬੱਚਾ ਸੁਚੇਤ ਤੌਰ 'ਤੇ ਭਾਸ਼ਾ ਸਿੱਖਦਾ ਹੈ। ਸੋ ਰਾਈਟ ਆਨਸਰ ਕੀ ਹੋਏਗੀ? ਭਾਸ਼ਾ ਸਿੱਖਣ ਦੀ ਸ਼ਕਤੀ ਕੁਦਰਤੀ ਹੈ। ਨੋਮ ਚੋਮਸਕੀ ਵੀ ਇਹੀ ਗੱਲ ਕਹਿੰਦੇ ਨੇ ਕਿ ਸਾਡੇ ਅੰਦਰ ਭਾਸ਼ਾ ਨੂੰ ਸਿੱਖਣ ਦੀ ਜਿਹੜੀ ਸ਼ਕਤੀ ਹੈ ਉਹ ਕੀ ਹੈ? ਸਾਨੂੰ ਕੁਦਰਤੀ ਤੌਰ 'ਤੇ ਮਿਲੀ ਹੋਈ ਹੈ। ਨੈਕਸਟ ਵੈਰੀ ਇੰਪੋਰਟੈਂਟ, ਭਾਸ਼ਾ ਸਿਖਾਉਣ ਦਾ ਸੁਭਾਵਿਕ ਕ੍ਰਮ ਕੀ ਹੈ? ਪੜ੍ਹਨਾ, ਲਿਖਣਾ, ਬੋਲਣਾ, ਸਮਝਣਾ ਜਾਂ ਫਿਰ ਸੁਣਨਾ, ਸਮਝਣਾ। ਕੱਲ੍ਹ ਵੀ ਤੁਹਾਨੂੰ ਮੈਂ ਦੱਸਿਆ ਸੀ LSRW ਤੋਂ ਯਾਦ ਰੱਖੋ, LSRW ਲਿਸਨਿੰਗ। ਪਹਿਲੇ ਲਿਸਨਿੰਗ ਹੋਏਗੀ, ਦੈਨ ਸਪੀਕਿੰਗ, ਦੈਨ ਰੀਡਿੰਗ, ਦੈਨ ਕੀ ਹੋਏਗਾ? ਰਾਈਟਿੰਗ। ਸੋ ਰਾਈਟ ਆਪਸ਼ਨ ਕੀ ਹੋ ਜਾਏਗੀ? ਇਹਨਾਂ ਨੇ ਉਲਟਾ ਨਹੀਂ ਲਿਖਿਆ ਹੋਇਆ ਕੁਐਸਚਨ 'ਚ, ਆਈ ਥਿੰਕ। ਸੁਣਨਾ, ਸਮਝਣਾ, ਬੋਲਣਾ, ਸਿੱਖਣਾ। ਪਤਾ ਨਹੀਂ ਇਹ ਕੁਐਸਚਨ 'ਚ ਮੈਨੂੰ ਥੋੜ੍ਹੀ ਪ੍ਰੋਬਲਮ ਲੱਗ ਰਹੀ ਹੈ। ਸੋ ਇਹਨੂੰ ਡਾਊਟ ਪਾ ਕੇ ਛੱਡ ਦਿਓ। ਵੈਸੇ ਤਾਂ ਸਹੀ ਭਾਸ਼ਾ ਸਿਖਾਉਣ ਦਾ ਸੁਭਾਵਿਕ ਕਰਮ ਇਹੀ ਹੈ, LSRW ਸੁਣਨਾ, ਠੀਕ ਹੈ, ਦੈਨ ਸਪੀਕਿੰਗ ਬੋਲਣਾ, ਦੈਨ ਰੀਡਿੰਗ, ਉਸ ਤੋਂ ਬਾਅਦ ਰਾਈਟਿੰਗ ਆਏਗਾ। ਠੀਕ ਹੈ ਜੀ। ਇਸ ਨੂੰ ਯਾਦ ਰੱਖੋ ਤੁਸੀਂ। ਕੁਐਸਚਨ 'ਚ ਆਈ ਥਿੰਕ ਗੜਬੜ ਹੈ ਕੁਛ ਨਾ ਕੁਛ। ਬਾਕੀ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਮੈਂਟ 'ਚ ਦੱਸ ਦੇਣਾ। ਭਾਸ਼ਾ ਪਾਠ ਸਮੱਗਰੀ ਅਤੇ ਉਸ ਦੀਆਂ ਅਧਿਆਪਨ ਪੱਧਤੀਆਂ ਦੀ ਚੋਣ ਦਾ ਆਧਾਰ ਹੋਣਾ ਚਾਹੀਦਾ ਹੈ। ਭਾਸ਼ਾ ਪਾਠ ਸਮੱਗਰੀ ਅਤੇ ਉਸ ਦੀਆਂ ਅਧਿਆਪਨ ਪੱਧਤੀਆਂ ਦੀ ਚੋਣ ਦਾ ਆਧਾਰ ਹੋਣਾ ਚਾਹੀਦਾ ਹੈ। ਜਦੋਂ ਵੀ ਭਾਸ਼ਾ ਸਿਖਾਉਣੀ ਹੈ ਤਾਂ ਉਸ ਦੇ ਰਿਲੇਟਡ ਜਿਹੜਾ ਵੀ ਤੁਸੀਂ ਕੰਟੈਂਟ ਇਕੱਠਾ ਕਰਨਾ ਹੈ, ਵੀ ਭਾਸ਼ਾ ਨੂੰ ਕਿਸ ਤਰੀਕੇ ਨਾਲ ਟੀਚ ਕਰਨਾ ਹੈ, ਉਹ ਉਸ ਦਾ ਆਧਾਰ ਕੀ ਹੋਣਾ ਚਾਹੀਦਾ, ਕਿਵੇਂ ਚੂਜ਼ ਕਰਨਾ ਚਾਹੀਦਾ ਕੰਟੈਂਟ ਨੂੰ। ਸੋ ਕੰਟੈਂਟ ਜਦੋਂ ਵੀ ਚੂਜ਼ ਕਰਨਾ ਹੈ ਤਾਂ ਬੱਚਿਆਂ ਦੀ ਰੁਚੀ, ਬੱਚਿਆਂ ਦੇ ਇੰਟਰਸਟ, ਬੱਚਿਆਂ ਦੇ ਰੁਝਾਨ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੰਟੈਂਟ ਜਿਹੜਾ ਸਾਡਾ ਪਾਠ ਸਮੱਗਰੀ ਹੈ ਉਹ ਤਿਆਰ ਕਰਨੀ ਹੈ। ਲੈਸਨ ਪਲਾਨ ਬੇਸਿਕਲੀ ਜਿਸ ਨੂੰ ਕਹਿੰਦੇ ਹਾਂ ਅਸੀਂ। ਨੈਕਸਟ ਹੈ ਦਿਮਾਗ ਦੀ ਕਿਰਿਆ ਕੇਵਲ ਸਰੀਰ ਦੇ ਅੰਗਾਂ ਦੇ ਉਚਿਤ ਅਭਿਆਸ ਅਤੇ ਸਿਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਕਿਸ ਵਿਦਵਾਨ ਦਾ ਕਥਨ ਹੈ? ਕਿਸ ਦੇ ਦੁਆਰਾ ਇਹ ਗੱਲ ਕਹੀ ਗਈ ਹੈ? ਮਹਾਤਮਾ ਗਾਂਧੀ ਦੇ ਦੁਆਰਾ। ਦਿਮਾਗ ਦੀ ਕਿਰਿਆ ਕੇਵਲ ਸਰੀਰ ਦੇ ਅੰਗਾਂ ਦੇ ਉਚਿਤ ਅਭਿਆਸ ਅਤੇ ਸਿਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
अभिप्रेरणा बच्चे विच की करती है? अभिप्रेरणा की होंदी है? मोटिवेशन। मोटिवेशन बच्चे विच की करता है? मोटिवेशन बच्चे दे विच क्रियाशीलता लिया देता है। बस थोड़े जे क्वेश्चन होर 4-5 रह गए, उस तो बाद साढ़े प्रीवियस स्टार्ट हो जाएंगे। ठीक है जी, ये भी बहुत इंपॉर्टेंट क्वेश्चन ने जोड़े असीं कर रहे हैं हुण। भाषा के बोलचाल के सिद्धांत तो की भाव है? भाषा उच्ची बोल के पाठ याद करे, अध्यापक बोल बोल के पढ़ावे, बच्चे नूं बोलण दे वध तो वध मौके प्रदान किए जान और सारी क्लास के विद्यार्थी आपस में गलबात कर। सो राइट आंसर की हो जाएगी ऑप्शन सी। कहा गया कि भाषा के बोलचाल के सिद्धांत के अनुसार बच्चे नूं बोलण दे वध तो वध मौके दिते जान। अगर बच्चे नूं वध तो वध बोलण दे मौके दिते जाणगे तां वो चंगे तरीके दे नाल वधेरे सीख सकेगा अते उसका जिहड़ा स्पीकिंग वाला कौशल है वो की है डिवेलप होवेगा चंगे तरीके नाल। विद्यार्थी ने कुर्सी उत्ते लेख लिखिया, कुर्सी के बारे लेख लिखिया, इस दे आधार ते मेज ते लेख लिखण लई किहड़ा सूत्र वरतों विच आवेगा? ये आपां नहीं पढ़िया, मैं अज तुहानूं थोड़ा जिहा एक्सप्लेन कर देनी आ। अज्ञात तो अज्ञात वाल, राइट आंसर की ज्ञात तो अज्ञात वाल। जिहड़ी चीज़ उन्होंने आती है आपां अज्ञात वाल जा रहे हैं। कुर्सी ते लेख लिखण नूं कहा, कुर्सी ते लेख लिख लिया, बाद च उसनूं की कहा गया मेज के उपर लेख लिखो, यानी कि पहले कुर्सी का उसनूं आंदा सी, वो कि उहदे वास्ते हो गई ज्ञात, मेज का उसनूं नहीं आंदा अज्ञात। इस करके अपने स्किल्स नूं इंप्रूव करके मेज के उपर की करेगा, लेख लिखेगा। सो ये किहड़ा सूत्र है? ज्ञात तो अज्ञात वाल। ठीक है जी। नैक्सट है भाषा सिक्ख्या विच, आह जिहड़े सारे सूत्र ने ये भी आप एक डिफरेंट वीडियो दे विच सारे दे सारे सूत्र करावांगे, बहुत ही इंपॉर्टेंट ने। ठीक है जी, इन्हां ते स्टार लगा लो। यह सूत्र आप सारे करने हैं डिफरेंट वीडियो दे विच, काफ़ी सारे इस करके इस मैं नहीं दस सकती। भाषा सिक्ख्या विच सरल शब्दां वाकांशां ते वाकां आदि नूं पहलां पढ़ाउणा चाहीदा है, इस तो बाद मिश्रित ते संयुक्त या वाक पढ़ाउणे चाहीदे हन। कहण दा भाव यही है कि पहले सौखी चीज़ कराओ, उस तो बाद उसनूं औखी चीज़ पढ़ाई जाए। पहले सौखा काम कराओ ना, शब्द सिखाओ, वाकांश सिखाओ, वाकां नूं पढ़ना सिखाओ, उस तो बाद मिश्रित ते संयुक्त शब्द सिखाओ जो डिफिकल्ट ने। इस करके किहड़ा सूत्र वरत्या गया है? सौखे तो औखे वाल वरत्या गया है। पहले सौखा सिखाना, दैन उस बाद औखा। भाषा सिक्ख्या के सूत्र मूर्त तो अमूर्त वाल की भाव है? मूर्त की हुंदा है? कंक्रीट। मूर्त चीज़ां किहड़ियां हो गईयां जिन्होंने असीं टच कर सकते हैं, देख सकते हैं, फील कर सकते हैं। लाइक जिमें तुसी एप्पल लगा लो, मेज लगा लो। ठीक है। अमूर्त की हो गया? जिसनों असीं टच नहीं कर सकते, जिमें मान लो प्लस का साइन, माइनस का साइन, ऐदा तो हुंदा तो नहीं हैगा। जिमें एप्पल तो चलो साडे कोल कोई ठोस चीज़ होगी, है ना। बट अमूर्त चीज़ां किहड़ियां जिन्होंने असीं सिर्फ ड्रॉ कर सकते हैं, राइट। ऐदा दी अमूर्त चीज़ां हो गई। समझ आ गई तुहानूं मूर्त ते अमूर्त की है? इस करके की कहा जाता है कि मूर्त तो अमूर्त वाल चले जाए। बच्चे नूं पहलां रीयल लाइफ के विचों मूर्त कंक्रीट जिहड़ियां ठोस चीज़ां ने उन्होंने लैके सिखाया जाए। हौली हौली जिवें उहदा लैवल अप होंदा जाएगा, हौली हौली अमूर्त चीज़ों वाल आया जाए। स्थूल भाव के विचार अस्थूलों तो पहला पेश करना। स्थूल भाव के विचार पहला पेश करो तो अस्थूल बाद दे विच। ठीक है जी। नैक्सट क्वेश्चन, बच्चों को पहला बाल गीत पढ़ाना, फिर वार्तक या होर साहित्यिक वनगियां कराना, इत्थे किहड़ा भाषा सिक्ख्या सूत्र लगेगा? बच्चों को पहला बाल गीत पढ़ाना, पहले बाल गीत पढ़ाए जान, उस तो बाद वार्तक ते साहित्यिक चीज़ां पढ़ाई जान। इस दे विच वरत्या गया कि मनोविग्यानक तो तार्किक वाल। मनोविग्यान किवें हो गया? क्योंकि वो बच्चों के लैवल के अकॉर्डिंग ठीक नहीं। बाल गीत क्योंकि जो उन्होंने छोटे बच्चों को साहित्य ते वार्तक तुसीं पढ़ाउण लगोगे उन्होंने नहीं समझ आएगा, क्योंकि उन्होंने जिहड़ी लॉजिक थिंकिंग है वो हले डिवेलप नहीं हुई। ठीक है जी। सो इस दे विच किहड़ा सूत्र वरत्या गया है? मनोविग्यान तो तार्किक वाल। नैक्सट क्वेश्चन, भाषा सिक्ख्या लई मैडम मोंटेसरी का सिद्धांत है कि मैडम मोंटेसरी, फ्रैडरिक फ्रॉबल और किहड़े सीगे रूसो, इन्हां दी सारा कुछ असीं ना सारी थ्योरीज कीतियां होईयां ने कंप्लीट CDP कोर्स दे विच।
ਚਾਈਲਡ ਸੈਂਟਰਡ ਐਂਡ ਪ੍ਰੋਗਰੈਸਿਵ ਐਜੂਕੇਸ਼ਨ, ਉਹ ਵੀਡੀਓ ਦੇਖ ਲਓ ਅਗਰ ਤੁਸੀਂ ਨਹੀਂ ਦੇਖੀ। ਭਾਸ਼ਾ ਸਿੱਖਿਆ ਲਈ ਮੈਡਮ ਮੋਂਟੇਸਰੀ ਦਾ ਸਿਧਾਂਤ ਬੱਚੇ ਨੂੰ ਮੌਖਿਕ ਕਾਰਜ ਬਾਅਦ ਵਿੱਚ ਅਤੇ ਲਿਖਤੀ ਕਾਰਜ ਪਹਿਲਾਂ ਸਿਖਾਉਣਾ ਹੈ। ਮੌਖਿਕ ਕਾਰਜ ਪਹਿਲਾਂ ਸਿਖਾਉਣਾ ਹੈ। ਸਾਡੇ ਰਾਈਟ ਆਂਸਰ ਕੀ ਹੋਏਗੀ? ਮੌਖਿਕ ਕਾਰਜ। ਉਹਨਾਂ ਨੇ ਕਿਹਾ ਕਿ ਪਹਿਲੇ ਮੌਖਿਕ ਕਾਰਜ ਸਿਖਾਏ ਜਾਵੇ, ਉਹਨਾਂ ਨੂੰ ਸਪੀਕਿੰਗ ਸਿਖਾਈ ਜਾਵੇ, ਜਿਹੜੇ ਬਾਅਦ ਦੇ ਵਿੱਚ ਲਿਖਣ ਦਾ ਕੰਮ ਜਿਹੜਾ ਬਾਅਦ 'ਚ ਕਰਾਇਆ ਜਾਵੇ। ਬੱਚਿਆਂ ਨੂੰ ਪਹਿਲਾਂ ਮੌਖਿਕ ਹੀ ਪੜ੍ਹਾਇਆ ਜਾਵੇ। ਨੈਕਸਟ ਕੁਐਸਚਨ, ਬੱਚਾ ਰਸਮੀ ਭਾਸ਼ਾ ਕਿਸ ਤੋਂ ਸਿੱਖਦਾ ਹੈ? ਪਰਿਵਾਰ ਤੋਂ, ਸਕੂਲ ਤੋਂ, ਮਿੱਤਰਾਂ ਤੋਂ, ਉਪਰੋਕਤ ਸਾਰੇ। ਰਸਮੀ ਭਾਸ਼ਾ ਕਿੱਥੋਂ ਸਿੱਖੇਗਾ? ਸਕੂਲ ਤੋਂ। ਗੈਰ ਰਸਮੀ ਘਰ ਤੋਂ ਅਤੇ ਪਰਿਵਾਰ ਤੋਂ। ਠੀਕ ਹੈ ਜੀ। ਹੁਣ ਸਾਡੇ ਸਾਰੇ ਪ੍ਰੀਵੀਅਸ ਈਅਰ ਸਟਾਰਟ ਹੋ ਗਏ ਨੇ। 2014 ਦਾ ਕੁਐਸਚਨ ਹੈ, ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ਅਹਿਮ ਢੰਗ ਹੈ ਉਸ ਨੂੰ ਕੁਦਰਤੀ ਵਾਤਾਵਰਨ ਵਿੱਚ ਸੁਣਨਾ, ਉਚਿਤ ਸਮੱਗਰੀ ਪੜ੍ਹਾਉਣਾ, ਵਿਆਕਰਣਕ ਸੰਰਚਨਾਵਾਂ ਨੂੰ ਸਿੱਖਣਾ, ਜਮਾਤ ਵਿੱਚ ਔਪਚਾਰਿਕ ਅਧਿਆਪਨ। ਸੋ ਰਾਈਟ ਆਂਸਰ ਕੀ ਹੋਏਗੀ? ਉਸ ਨੂੰ ਕੁਦਰਤੀ ਵਾਤਾਵਰਨ ਵਿੱਚ ਸੁਣਨਾ। ਭਾਸ਼ਾ ਅਖਤਿਆਰ ਕਰਨਾ, ਜਦੋਂ ਵੀ ਭਾਸ਼ਾ ਨੂੰ ਸਿੱਖਣਾ ਹੈ ਤਾਂ ਸਭ ਤੋਂ ਵਧੀਆ ਢੰਗ ਕਿਹੜਾ ਹੈ, ਸਭ ਤੋਂ ਅਹਿਮ ਢੰਗ ਕਿਹੜਾ ਹੈ? ਉਸਨੂੰ ਕੁਦਰਤੀ ਵਾਤਾਵਰਨ ਦੇ ਵਿੱਚ ਸੁਣਿਆ ਜਾਏ। ਜਦੋਂ ਸੁਣੋਗੇ ਭਾਸ਼ਾ ਨੂੰ ਤਾਂ ਤੁਸੀਂ ਕੀ ਉਸਨੂੰ ਬੋਲਣ ਦੀ ਵੀ ਕੋਸ਼ਿਸ਼ ਕਰੋਗੇ, ਜਿਸ ਦੇ ਨਾਲ ਕਿ ਬੱਚਿਆਂ ਨੂੰ ਕੁਦਰਤੀ ਤੌਰ 'ਤੇ ਭਾਸ਼ਾ ਦਾ ਗਿਆਨ ਹੋਏਗਾ। ਕਾफ़ी क्वेश्चंस ने, पेशेंस रख के सुनी चलियो, बस पानी पी लो अगर थोड़ा जिहा थक गए तो। ठीक है, इन्हां विचों किहड़ा कथन गलत है? गलत कथन की खोज करनी है इस क्वेश्चन दे विच। भाषा के बुनियादी ज्ञान के विकास लिए व्याकरण एक संद है। भाषा का एक कार्य अभिव्यक्ति है। भाषा ਅਤੇ विचार अंतर निर्भर हैं। भाषा दीयां पाठ पुस्तकां अध्यापन वास्ते संदर्भ बिंदु हुंदियां हन। सो इस राइट आंसर की है? भाषा ਦੇ ਬੁਨਿਆਦੀ ਗਿਆਨ ਦੇ ਵਿਕਾਸ ਲਈ ਵਿਆਕਰਣ ਇੱਕ ਸੰਦ ਹੈ। ਜਦੋਂ ਵੀ ਭਾਸ਼ਾ ਦਾ ਪੂਰਾ ਗਿਆਨ ਲੈਣਾ ਹੈ ਤਾਂ ਉਸ ਦੇ ਵਿਆਕਰਣ ਨੂੰ ਸਿੱਖਣਾ ਹੀ ਪਵੇਗਾ। ਇੰਪੋਰਟੈਂਟ ਹੈ। ਨੈਕਸਟ ਕੁਐਸਚਨ 2013 ਦਾ ਦਸੰਬਰ 'ਚ ਪੇਪਰ ਹੋਇਆ ਸੀ। ਰਜਿਸਟਰ ਸੰਬੰਧਿਤ ਹੈ। ਰਜਿਸਟਰ ਕੀ ਹੁੰਦਾ ਹੈ? ਇਹ ਤੁਹਾਡੇ ਲਈ ਇੱਕ ਨਵੀਂ ਚੀਜ਼ ਹੋ ਸਕਦੀ ਹੈ। ਕੁਐਸਚਨ ਵੀ ਆਇਆ ਸੀ ਪੇਪਰ 'ਚ। ਰਜਿਸਟਰ ਕੀ ਹੈ? ਵਿਸ਼ੇਸ਼ ਅਨੁਸ਼ਾਸਨ ਦੀ ਸ਼ਬਦਾਵਲੀ ਨਾਲ। ਰਜਿਸਟਰ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ ਕੀ ਹੈ, ਪਹਿਲੇ ਆਨਸਰ ਮਾਰਕ ਕਰ ਲਓ। ਵਿਸ਼ੇਸ਼ ਅਨੁਸ਼ਾਸਨ ਦੀ ਸ਼ਬਦਾਵਲੀ ਦੇ ਨਾਲ। ਹੁਣ ਤੁਸੀਂ ਦੇਖੋ, ਜਿਹੜੇ ਡਾਕਟਰਸ ਹੁੰਦੇ ਨੇ ਉਹਨਾਂ ਦੀ ਥੋੜ੍ਹੀ ਡਿਫਰੈਂਟ, ਉਹਨਾਂ ਦੇ ਜਿਹੜਾ ਲੈਂਗੁਏਜ ਹੈ, ਉਹਨਾਂ ਦੀ ਜਿਹੜੀ ਵੋਕੈਬਲਰੀ ਹੈ ਉਹ ਡਿਫਰੈਂਟ ਹੁੰਦੀ ਹੈ। ਜਿਹੜੇ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ, ਆਫਿਸਿਸ 'ਚ ਕੰਮ ਕਰਦੇ ਨੇ, ਉਹਨਾਂ ਦੀ ਜਿਹੜੀ ਸ਼ਬਦਾਵਲੀ ਕੀ ਹੁੰਦੀ ਹੈ? ਡਿਫਰੈਂਟ ਹੁੰਦੀ ਹੈ। ਐਂਡ ਇਸ ਤੋਂ ਇਲਾਵਾ ਹੋਰ ਆਪਾਂ ਕਿਹੜੀ ਐਗਜ਼ਾਮਪਲ ਲੈ ਸਕਦੇ ਹਾਂ? ਜਿਵੇਂ ਏਅਰਫੋਰਸ ਵਾਲੇ ਹੋ ਗਏ। ਠੀਕ ਹੈ, ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਕੀ ਹੁੰਦੀ ਹੈ? ਵੋਕੈਬਲਰੀ ਡਿਫਰੈਂਟ ਹੁੰਦੀ ਹੈ। ਠੀਕ ਹੈ, ਸੋ ਇਸ ਕਰਕੇ ਰਜਿਸਟਰ ਕੀ ਹੈ? ਵਿਸ਼ੇਸ਼ ਅਨੁਸ਼ਾਸਨ ਦੀ ਸ਼ਬਦਾਵਲੀ ਦੇ ਨਾਲ ਸੰਬੰਧਿਤ ਹੈ ਰਜਿਸਟਰ। ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਣਾ ਹੈ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰੋ। NCF 2005 ਦੇ ਅਨੁਸਾਰ ਭਾਸ਼ਾ ਸਿੱਖਿਆ, NCF 2005 ਵੀ ਅਸੀਂ ਚੈਨਲ 'ਤੇ ਕਰਾਵਾਂਗੇ। ਕਾफ़ी ਇੰਪੋਰਟੈਂਟ ਹੈ, ਇਸ ਦੇ ਨਾਲ ਰਿਲੇਟਡ ਹਰੇਕ ਸਬਜੈਕਟ ਹੈ, ਚਾਹੇ ਇੰਗਲਿਸ਼ ਪੈਡਾਗੋਜੀ ਹੋਵੇ, ਪੰਜਾਬੀ ਪੈਡਾਗੋਜੀ, ਮੈਥਸ ਪੈਡਾਗੋਜੀ, ਹਰ ਇੱਕ ਦੇ ਵਿੱਚ ਕੁਐਸਚਨ ਆਉਂਦਾ ਹੀ ਆਉਂਦਾ, ਇਸ ਕਰਕੇ ਇਸ ਨੂੰ ਜ਼ਰੂਰ ਕਰਾਂਗੇ। ਵਿਦਿਆਰਥੀਆਂ ਦੀ ਕਿਰਿਆਸ਼ੀਲਤਾ ਸਹਿਭਾਗਤਾ 'ਤੇ ਬਲ ਦਿੰਦੀ ਹੈ। NCF 2000 ਦਾ ਕਹਿਣਾ ਹੈ ਕਿ ਜਦੋਂ ਵੀ ਭਾਸ਼ਾ ਸਿਖਾਈ ਜਾਵੇ ਤਾਂ ਬੱਚੇ ਜਿਹੜੇ ਨੇ, ਵਿਦਿਆਰਥੀ ਨੇ, ਉਹ ਕੀ ਹੋਣੇ ਚਾਹੀਦੇ ਨੇ? ਕਿਰਿਆਸ਼ੀਲ ਹੋਣੇ ਚਾਹੀਦੇ ਨੇ। ਵਿਦਿਆਰਥੀ ਦੀ ਕਿਰਿਆਸ਼ੀਲ ਸਹਿਭਾਗਤਾ 'ਤੇ ਬਲ ਦਿੰਦੀ ਹੈ। ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕਾ ਦੀ ਐਕਟੀਵਿਟੀ ਕਰਨ ਦਾ, ਉਸਨੂੰ ਜ਼ਿਆਦਾ ਤੋਂ ਜ਼ਿਆਦਾ ਬੋਲਣ ਦਾ ਮੌਕਾ ਦਿੱਤਾ ਜਾਵੇ। ਇਸ ਕਰਕੇ ਬੱਚੇ ਜਿਹੜੇ ਨੇ, ਵਿਦਿਆਰਥੀ ਨੇ, ਉਹ ਕਿਰਿਆਸ਼ੀਲ ਹੋਣੇ ਚਾਹੀਦੇ ਨੇ ਕਲਾਸਰੂਮ ਦੇ ਵਿੱਚ। ਕਲਾਸਰੂਮ ਇੱਕ ਬੋਰਿੰਗ ਨਹੀਂ ਹੋਣਾ ਚਾਹੀਦਾ ਕਿ ਇੱਕ ਜਣਾ ਬੋਲ ਰਿਹਾ ਅਤੇ ਬਾਕੀ ਸਾਰੇ ਸੁਣ ਰਹੇ ਨੇ। ਠੀਕ ਹੈ, ਕਿਉਂਕਿ ਜਿਹੜੇ ਬੱਚੇ ਨੇ ਉਹ ਬੋਰਿੰਗ ਇਨਵਾਇਰਮੈਂਟ ਦੇ ਵਿੱਚ ਨਹੀਂ ਸਿੱਖ ਸਕਦੇ। ਜਿੰਨਾ ਤੁਸੀਂ ਉਹਨਾਂ ਨੂੰ ਬੋਲਣ ਦਾ ਵੱਧ ਮੌਕਾ ਦਿਓਗੇ ਉਨਾ ਹੀ ਜ਼ਿਆਦਾ ਉਹ ਸਿੱਖਦੇ ਨੇ। ਨੈਕਸਟ ਹੈ, ਜੀਵਨ ਨਾਲ ਜੋੜਨ ਦਾ ਸਿਧਾਂਤ ਭਾਸ਼ਾਈ ਸਿੱਖਣ ਦੇ ਤਹਿਤ ਸੰਕੇਤ ਦਿੰਦਾ ਹੈ ਕਿ। ਜੀਵਨ ਨਾਲ ਜੋੜਨ ਦਾ ਸਿਧਾਂਤ ਸਾਨੂੰ ਕੀ ਕਹਿੰਦਾ ਹੈ? ਜੀਵਨ ਦੇ ਜੋੜਨ ਦਾ ਸਿਧਾਂਤ ਦੇ ਅਨੁਸਾਰ ਭਾਸ਼ਾ ਸਿੱਖਣ ਦੀ ਅਭਿਆਸ ਪ੍ਰਕਿਰਿਆ ਵਿੱਚ किधर चला गया? हाँ उल्टे हो गए, एक सेकेंड। ਭਾਸ਼ਾ ਸਿੱਖਣ ਦੀ ਅਭਿਆਸ ਪ੍ਰਕਿਰਿਆ ਵਿੱਚ ਜੀਵਨ ਦੀਆਂ ਪ੍ਰਸਥਿਤੀਆਂ ਦਾ ਲੋੜ ਅਨੁਸਾਰ ਪ੍ਰਯੋਗ ਕਰਨਾ। ਜੀਵਨ ਨਾਲ ਜੋੜਨ ਦਾ ਸਿਧਾਂਤ ਦਾ ਅਰਥ ਇਹ ਹੈ ਕਿ
ਕਲਾਸਰੂਮ ਦੇ ਵਿੱਚ ਜਦੋਂ ਵੀ ਟੀਚ ਕੀਤਾ ਜਾਵੇ ਤਾਂ ਜੀਵਨ ਦੇ ਨਾਲ ਜੋੜਿਆ ਜਾਵੇ, ਜੋ ਵੀ ਉਸਨੇ ਰੀਅਲ ਲਾਈਫ ਦੇ ਵਿੱਚ ਕੀਤਾ ਹੈ ਉਸ ਦੇ ਨਾਲ ਰਿਲੇਟ ਕਰਕੇ ਸਿਖਾਇਆ ਜਾਵੇ, ਜਿਸ ਦੇ ਨਾਲ ਕੀ ਹੈ ਆਸਾਨੀ ਨਾਲ ਜਿਹੜੇ ਬੱਚੇ ਨੇ ਸਿੱਖ ਲੈਂਦੇ ਨੇ। ਜਦੋਂ ਵੀ ਸਿਖਾਉਣਾ ਹੈ ਰੀਅਲ ਲਾਈਫ ਦੀਆਂ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਘਟਨਾਵਾਂ, ਜੀਵਨ ਦੇ ਨਾਲ ਜੁੜੀਆਂ ਚੀਜ਼ਾਂ, ਪਰਿਸਥਿਤੀਆਂ ਦੇ ਨਾਲ ਜੋੜ ਕੇ ਸਿਖਾਇਆ ਜਾਵੇ। ਭਾਸ਼ਾ ਸਿੱਖਣ ਦੀ ਅਭਿਆਸ ਪ੍ਰਕਿਰਿਆ ਵਿੱਚ ਜੀਵਨ ਦੀਆਂ ਪਰਿਸਥਿਤੀਆਂ ਦਾ, ਜਿਹੜੀਆਂ ਵੀ ਉਸਦੇ ਜੀਵਨ ਦੇ ਵਿੱਚ ਪਰਿਸਥਿਤੀਆਂ ਨੇ ਉਹਨਾਂ ਦਾ ਲੋੜ ਅਨੁਸਾਰ ਪ੍ਰਯੋਗ ਕਰਨਾ, ਉਹਨਾਂ ਦਾ ਪ੍ਰਯੋਗ ਕੀਤਾ ਜਾਵੇ। ਸੋ ਰਾਈਟ ਆਨਸਰ ਆਪਣੇ ਕੋਲ ਆਹੀ ਹੈ ਜੀ, ਥਰਡ ਆਪਸ਼ਨ। ਨੈਕਸਟ ਕੁਐਸਚਨ, ਬੱਚੇ ਵਿੱਚ ਭਾਸ਼ਾ ਦਾ ਵਿਕਾਸ ਕੁਝ ਹੱਦ ਤੱਕ ਜਨਮ ਤੋਂ ਹੁੰਦਾ ਹੈ। ਇਹ ਕੁਐਸਚਨ ਅਸੀਂ ਕੱਲ੍ਹ ਵੀ ਕੀਤਾ ਸੀ, ਰਾਈਟ। ਸਮਾਜਿਕ ਸੱਭਿਆਚਾਰਕ ਸੰਦਰਭਾਂ ਨਾਲ ਹੁੰਦਾ ਹੈ, ਸਿਰਫ ਵਿਕਸਿਤ ਸ਼ਬਦ ਭੰਡਾਰ ਨਾਲ ਹੁੰਦਾ ਹੈ, ਜਾਂ ਫਿਰ ਉਪਰੋਕਤ ਸਾਰੇ। ਸੋ ਰਾਈਟ ਆਨਸਰ ਕੀ ਹੈ, ਉਪਰੋਕਤ ਇੱਕ ਅਤੇ ਦੋਵੇਂ ਤਰੀਕਿਆਂ ਨਾਲ। ਭਾਸ਼ਾ ਸੰਬੰਧੀ ਕਿਹੜਾ ਕਥਨ ਦਰੁਸਤ? ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ। ਭਾਸ਼ਾ ਸਿਰਫ ਜਮਾਤ ਵਿੱਚ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਰੀਆਂ ਭਾਸ਼ਾਵਾਂ ਇੱਕ ਲਿਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ। ਭਾਸ਼ਾ ਦਾ ਸਮਾਜ ਅਤੇ ਸੱਭਿਆਚਾਰ ਨਾਲ ਕੋਈ ਰਿਸ਼ਤਾ ਨਹੀਂ ਹੈ। ਸੋ ਇਸ ਦਾ ਸਹੀ ਦਰੁਸਤ ਕਥਨ ਕੀ ਹੈ? ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ। ਠੀਕ ਹੈ, ਰਾਈਟ ਆਨਸਰ ਹੈ ਕਿ ਜਦੋਂ ਭਾਸ਼ਾ ਨੂੰ ਇੱਕ ਬੱਚਾ ਹੈ ਸਮਾਜ ਦੇ ਵਿੱਚ ਰਹਿ ਕੇ ਹੀ ਨਾ ਭਾਸ਼ਾ ਸਿੱਖੇਗਾ ਨਾ, ਬੱਚੇ ਆਲੇ ਦੁਆਲੇ ਤੋਂ ਸਿੱਖੇਗਾ। ਬਟ ਅਗਰ ਇੱਕ ਬੱਚੇ ਨੂੰ ਸਮਾਜ ਤੋਂ ਦੂਰ ਲੈ ਕੇ ਚਲਾ ਜਾਏ, ਜੰਗਲ 'ਚ ਛੱਡ ਦਿੱਤਾ ਜਾਵੇ, ਕਿ ਉਹ ਭਾਸ਼ਾ ਸਿੱਖ ਪਾਏਗਾ? ਨਹੀਂ ਸਿੱਖ ਪਾਏਗਾ। ਸੋ ਕਹਿਣ ਦਾ ਭਾਵ ਇਹ ਕਿ ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ। ਇਹ ਕਿ ਇੱਕ ਦਰੁਸਤ ਕਥਨ ਹੈ, ਯਾਨੀ ਕਿ ਰਾਈਟ ਆਨਸਰ ਹੈ। ਦੂਜੀ ਆਪਸ਼ਨ ਹੈ ਕਿ ਭਾਸ਼ਾ ਸਿਰਫ ਜਮਾਤ ਵਿੱਚ ਹੀ ਸਿੱਖੀ ਜਾ ਸਕਦੀ ਹੈ। ਸੋ ਬਿਲਕੁਲ ਗਲਤ ਹੈ। ਭਾਸ਼ਾ ਸਿਰਫ ਜਮਾਤ ਵਿੱਚ ਹੀ ਨਹੀਂ, ਹਰ ਜਗ੍ਹਾ 'ਤੇ ਸਿੱਖੀ ਜਾ ਸਕਦੀ ਹੈ ਜਿੱਥੇ ਭਾਸ਼ਾ ਬੋਲੀ ਜਾਂਦੀ ਹੈ। ਸਾਰੀਆਂ ਭਾਸ਼ਾਵਾਂ ਇੱਕ ਲਿਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ। ਠੀਕ ਹੈ, ਸਹੀ ਗੱਲ ਹੈ। ਸਾਰੀਆਂ ਭਾਸ਼ਾਵਾਂ ਨੂੰ ਇੱਕ ਲਿਪੀ 'ਚ ਆਪਾਂ ਨਹੀਂ ਲਿਖ ਸਕਦੇ ਨਾ, ਹਰ ਇੱਕ ਭਾਸ਼ਾ ਦੀ ਆਪਣੀ ਇੱਕ ਅਲੱਗ ਲਿਪੀ ਹੈ। ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਹੈ? ਗੁਰਮੁਖੀ ਲਿਪੀ। ਭਾਸ਼ਾ ਦਾ ਸਮਾਜ ਅਤੇ ਸੱਭਿਆਚਾਰ ਨਾਲ ਕੋਈ ਰਿਸ਼ਤਾ ਨਹੀਂ ਹੈ। ਬਿਲਕੁਲ ਗਲਤ ਹੈ। ਉੱਪਰਲੇ ਕੁਐਸਚਨ 'ਚ ਆਪਾਂ ਕਰਕੇ ਹਟੇ ਹਾਂ ਕਿ ਭਾਸ਼ਾ ਦਾ ਸਮਾਜ ਅਤੇ ਸੱਭਿਆਚਾਰ ਨਾਲ ਰਿਸ਼ਤਾ ਹੈ। ਜਿਹੜੀ ਭਾਸ਼ਾ ਹੈ ਸਮਾਜ ਅਤੇ ਸੱਭਿਆਚਾਰ ਦੇ ਰਾਹੀਂ ਹੀ ਸਿੱਖੀ ਜਾਂਦੀ ਹੈ। ਪ੍ਰਾਇਮਰੀ ਪੱਧਰ 'ਤੇ ਇਹ ਸਹੀ ਹੈ ਕਿ ਉਹਨਾਂ ਨੂੰ ਮਾਤਰ ਭਾਸ਼ਾਵਾਂ ਵਿੱਚ ਪੜ੍ਹਾਇਆ ਜਾਵੇ, ਕਿਉਂਕਿ ਬੱਚਿਆਂ ਵਿੱਚ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ, ਬੱਚਿਆਂ ਲਈ ਪੜ੍ਹਾਈ ਆਸਾਨ ਬਣ ਜਾਂਦੀ ਹੈ, ਬੌਧਿਕ ਵਿਕਾਸ ਵਿੱਚ ਮਦਦਗਾਰ ਅਤੇ ਬੱਚਿਆਂ ਨੂੰ ਕੁਦਰਤੀ ਵਾਤਾਵਰਣ ਸਮਝਣ ਦੇ ਵਿੱਚ ਮਦਦ ਮਿਲਦੀ ਹੈ। ਸੋ ਜਦੋਂ ਵੀ ਬੱਚੇ ਨੂੰ ਮਾਤ ਭਾਸ਼ਾ ਦੇ ਵਿੱਚ ਪੜ੍ਹਾਉਣਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਬੱਚੇ ਨੂੰ ਕੁਦਰਤੀ ਵਾਤਾਵਰਣ, ਜਿਹੜਾ ਨੈਚੁਰਲ ਇਨਵਾਇਰਮੈਂਟ ਹੈ, ਉਸ ਨੂੰ ਸਮਝਣ ਦੇ ਵਿੱਚ ਮਦਦ ਮਿਲ ਜਾਂਦੀ ਹੈ। ਠੀਕ ਹੈ, ਸਾਡੇ ਆਲੇ ਦੁਆਲੇ ਕੀ ਹੋ ਰਿਹਾ ਉਹਨੂੰ ਸਮਝ ਆ ਜਾਂਦੀ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਪ੍ਰਾਇਮਰੀ ਪੱਧਰ 'ਤੇ, ਜੋ ਪ੍ਰਾਇਮਰੀ ਲੈਵਲ ਹੈ, ਉਹਨਾਂ ਨੂੰ ਮਾਤ ਭਾਸ਼ਾ ਦੇ ਵਿੱਚ ਹੀ ਸਿਖਾਇਆ ਜਾਵੇ। ਨੈਕਸਟ ਹੈ, ਸਮਾਜਿਕ ਵਰਤਾਰੇ ਵਿੱਚ ਭਾਸ਼ਾ ਦੇ ਸਿਧਾਂਤ ਨੂੰ ਵਿਕਸਿਤ ਕਰਨ ਵਿੱਚ ਕਿਸ ਨੇ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ? ਸਕਿਨਰ ਨੇ, ਚੌਮਸਕੀ ਨੇ, ਪਿਆਜੇ ਨੇ, ਜਾਂ ਫਿਰ ਵਾਈਗੋਟਸਕੀ ਨੇ। ਸੋ ਸਮਾਜ ਦੀ ਜਦੋਂ ਗੱਲ ਆਉਂਦੀ ਹੈ ਨਾ, ਸਮਾਜ ਅਤੇ ਸੱਭਿਆਚਾਰ ਦੀ, ਸੋ ਸਭ ਤੋਂ ਪਹਿਲੇ ਸਾਨੂੰ ਕਿਸ ਦਾ ਨਾਮ ਦੇਖਣ ਨੂੰ ਮਿਲਦਾ ਹੈ? ਵਾਈਗੋਟਸਕੀ ਦਾ। ਵਾਈਗੋਟਸਕੀ ਦੀ ਥਿਊਰੀ ਵੀ ਆਪਾਂ ਚੈਨਲ 'ਤੇ ਕਰਾਂਗੇ। ਸਮਾਜਿਕ ਵਰਤਾਰੇ ਵਿੱਚ ਭਾਸ਼ਾ ਦੇ ਸਿਧਾਂਤ ਨੂੰ ਵਿਕਸਿਤ ਕਰਨ ਵਿੱਚ ਕਿਸ ਨੇ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ? ਸਮਾਜਿਕ ਵਰਤਾਰੇ ਵਿੱਚ ਸਮਾਜ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਕੌਣ ਦਿੰਦੇ ਨੇ? ਵਾਈਗੋਟਸਕੀ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਭਾਸ਼ਾ ਦੇ ਬਾਰੇ ਸਹੀ ਹੈ? ਕਿਹੜਾ ਵਿਚਾਰ ਭਾਸ਼ਾ ਦੇ ਬਾਰੇ ਸਹੀ ਹੈ ਕਿ ਸਮਾਜ ਤੋਂ ਬਾਹਰ ਭਾਸ਼ਾ ਦੀ ਨਾ ਕੋਈ ਹੋਂਦ ਹੈ ਅਤੇ ਨਾ ਹੀ ਉਹ ਵਿਕਾਸ ਕਰ ਸਕਦੀ ਹੈ? ਕਿਉਂਕਿ ਸਮਾਜ ਦੇ ਵਿੱਚ ਰਹਿ ਕੇ ਹੀ ਭਾਸ਼ਾ ਦੀ ਹੋਂਦ ਹੈ। ਜੇ ਸਮਾਜ ਨਹੀਂ ਹੈ ਤਾਂ ਭਾਸ਼ਾ ਵੀ ਨਹੀਂ ਹੈ। ਭਾਸ਼ਾ ਸਮਾਜ ਤੋਂ ਬਿਨਾਂ ਵਿਕਾਸ ਨਹੀਂ ਕਰ ਸਕਦੀ। ਨੈਕਸਟ ਹੈ, ਹੇਠਾਂ ਲਿਖੇ ਵਿਚਾਰ ਦਾ ਸਿੱਖਿਆ ਵਿੱਚ ਕੀ ਪ੍ਰਭਾਵ ਹੈ? ਭਾਸ਼ਾ ਤਬਾਹ ਹੋ ਜਾਵੇਗੀ ਜਦ ਅਸੀਂ ਉਸ ਨੂੰ ਬਾਕੀ ਉਦੇਸ਼ਾਂ ਨਾਲੋਂ ਵੱਖਰਾ ਕਰ ਦੇਵਾਂਗੇ। ਭਾਸ਼ਾ ਅਧਿਆਪਨ ਨੂੰ ਸਾਰੀਆਂ ਭਾਸ਼ਾਵਾਂ ਇਸਤੇਮਾਲ ਕਰਨ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ। ਭਾਸ਼ਾ ਅਧਿਆਪਕ ਨੂੰ ਸਿੱਖਿਆਰਥੀਆਂ ਦੁਆਰਾ ਕੀਤੀਆਂ ਗਈਆਂ ਸਾਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਪ੍ਰਾਇਮਰੀ ਪੱਧਰ 'ਤੇ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਪੜ੍ਹਾਈਆਂ ਜਾਣ। ਜਮਾਤ ਵਿੱਚ ਮਾਤਰ ਭਾਸ਼ਾ ਦੇ ਇਸਤੇਮਾਲ 'ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਹੇਠਾਂ ਲਿਖੇ ਵਿਚਾਰ ਦਾ ਸਿੱਖਿਆ ਉੱਤੇ ਕੀ ਪ੍ਰਭਾਵ ਹੈ? ਯਾਨੀ ਕਿ ਜਿਹੜਾ ਵਿਚਾਰ ਹੈ ਸਿੱਖਿਆ ਦੇ ਉੱਤੇ ਕੀ ਪ੍ਰਭਾਵ ਪਾਉਂਦਾ ਹੈ? ਕਿ ਭਾਸ਼ਾ ਤਬਾਹ ਹੋ ਜਾਏਗੀ ਜਦ ਅਸੀਂ ਉਸ ਨੂੰ ਬਾਕੀ ਉਦੇਸ਼ਾਂ ਨਾਲੋਂ ਵੱਖਰਾ ਕਰ ਦੇਵਾਂਗੇ। ਜਿਹੜੇ ਸਾਡੇ ਬਾਕੀ ਉਦੇਸ਼ ਨੇ, ਬਾਕੀ ਸਕਿੱਲਸ ਨੂੰ ਅਸੀਂ ਸਿੱਖਣਾ ਹੈ, ਬਾਕੀ ਚੀਜ਼ਾਂ ਹਾਸਿਲ ਕਰਨੀਆਂ ਨੇ, ਤਾਂ ਅਗਰ ਅਸੀਂ ਭਾਸ਼ਾ ਨੂੰ ਉਸ ਤੋਂ ਅਲੱਗ ਕਰ ਦੇਵਾਂਗੇ ਤਾਂ ਭਾਸ਼ਾ ਕੀ ਹੋ ਜਾਏਗੀ? ਤਬਾਹ ਹੋ ਜਾਏਗੀ। ਕਹਿਣ ਦਾ ਅਰਥ ਇਹ ਹੈ ਕਿ ਜਮਾਤ ਦੇ ਵਿੱਚ ਮਾਤਰ ਭਾਸ਼ਾ ਦੇ ਇਸਤੇਮਾਲ 'ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਬੱਚੇ ਨੂੰ ਮਾਤ ਭਾਸ਼ਾ ਬੋਲਣ ਦੇਣਾ ਚਾਹੀਦਾ ਹੈ ਅਤੇ ਬੋਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਨੈਕਸਟ ਹੈ, ਬਾਲ ਸਾਹਿਤ ਦਾ ਉਦੇਸ਼ ਹੈ ਬੱਚਿਆਂ ਨੂੰ ਕਿਤਾਬਾਂ ਵਿੱਚ ਉਲਝਾਏ ਰੱਖਣਾ,
ਬੱਚਿਆਂ ਨੂੰ ਕਿਤਾਬਾਂ ਨੂੰ ਸੰਭਾਲਣਾ ਸਿਖਾਉਣਾ ਜਾਂ ਫਿਰ ਬੱਚਿਆਂ ਨੂੰ ਭਾਸ਼ਾ ਦਾ ਬਹੁਤ ਸਾਰਾ ਅਨੁਭਵ ਦੇਣਾ। ਭਾਸ਼ਾ ਦੇ ਐਕਸਪੀਰੀਅੰਸਿਸ ਨੂੰ ਸਿਖਾਉਣ ਦੇ ਲਈ, ਉਸਨੂੰ ਪੜ੍ਹਨਾ ਸਿਖਾਉਣ ਦੇ ਲਈ, ਸਮਝਣਾ ਸਿਖਾਉਣ ਦੇ ਲਈ ਬਾਲ ਸਾਹਿਤ ਦਾ ਉਦੇਸ਼ ਕੀ ਹੈ? ਬੱਚਿਆਂ ਨੂੰ ਭਾਸ਼ਾ ਦਾ ਬਹੁਤ ਸਾਰਾ ਅਨੁਭਵ ਦੇਣਾ। ਨੈਕਸਟ ਕੁਐਸਚਨ ਹੈ, ਬੱਚੇ ਚੌਮਸਕੀ ਦੇ ਅਨੁਸਾਰ ਕੀ ਗੱਲ ਕਹਿੰਦੇ ਨੇ? ਚੌਮਸਕੀ ਕੀ ਕਹਿੰਦੇ ਨੇ ਕਿ ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਦੇ ਆਧਾਰ 'ਤੇ ਨਿਯਮ ਅਪਣਾਉਂਦੇ ਹਨ। ਠੀਕ ਹੈ, ਹੁਣ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਛੋਟੇ ਬੱਚੇ ਨੇ ਉਹ ਭਾਸ਼ਾ ਨੂੰ ਬਿਲਕੁਲ ਸਹੀ ਬੋਲਦੇ ਨੇ। ਠੀਕ ਹੈ, ਕੀ ਬੋਲਣਗੇ? ਪਾਣੀ ਦੋ, ਕਦੇ ਉਲਟਾ ਨਹੀਂ ਬੋਲਦੇ, ਦੋ ਪਾਣੀ, ਹੈ ਨਾ। ਜੇ ਕੁਝ ਵੀ ਗਲਤ ਨਹੀਂ ਬੋਲਦੇ, ਗ੍ਰਾਮੈਟਿਕਲੀ ਬਿਲਕੁਲ ਸਹੀ ਬੋਲਦੇ ਨੇ। ਸੋ ਚੌਮਸਕੀ ਕਹਿੰਦੇ ਨੇ ਜਿਹੜੇ ਬੱਚੇ ਨੇ ਚੌਗਿਰਦੇ ਵਿੱਚ ਜਿਹੜੀ ਉਪਲਬਧ ਭਾਸ਼ਾ ਦੇ ਆਧਾਰ 'ਤੇ ਨਿਯਮ ਕੀ ਹੈ? ਬਣਾਉਂਦੇ ਹਨ, ਭਾਸ਼ਾ ਨੂੰ ਬਿਲਕੁਲ ਸਹੀ ਬੋਲਦੇ ਨੇ। ਨੈਕਸਟ ਹੈ, ਪ੍ਰਾਥਮਿਕ ਸਤਰ 'ਤੇ ਕਹਾਣੀ ਪੜ੍ਹਾਉਂਦੇ ਸਮੇਂ ਤੁਸੀਂ ਕਿਹੜੀ ਵਿਧੀ ਨੂੰ ਸਭ ਤੋਂ ਉਚਿਤ ਮੰਨਦੇ ਹੋ? ਕਿਹੜੀ ਵਿਧੀ ਸਭ ਤੋਂ ਵਧੀਆ ਹੋਏਗੀ? ਅਧਿਆਪਕ ਦੁਆਰਾ ਹਾਵ ਭਾਵ ਨਾਲ ਕਹਾਣੀ ਸੁਣਾਉਣਾ। ਜਦੋਂ ਵੀ ਕਹਾਣੀ ਸੁਣਾਉਣੀ ਹੈ ਤਾਂ ਪੂਰੀ ਹਾਵ ਭਾਵ ਦੇ ਨਾਲ ਕਹਾਣੀ ਨੂੰ ਸੁਣਾਉਣਾ ਹੈ। ਕਹਾਣੀ ਬਿਲਕੁਲ ਵੀ ਬੋਰਿੰਗ ਨਹੀਂ ਹੋਣੀ ਚਾਹੀਦੀ। ਠੀਕ ਹੈ, ਸਭ ਤੋਂ ਉੱਤਮ ਵਿਧੀ ਕਿਹੜੀ ਹੈ? ਆਪਸ਼ਨ 2, ਹਾਵ ਭਾਵ ਰਾਹੀਂ ਸਿਖਾਉਣਾ। ਸਾਰੇ ਬੱਚੇ ਛੋਟੀ ਉਮਰ ਵਿੱਚ ਇੱਕ ਤੋਂ ਵੱਧ ਭਾਸ਼ਾਵਾਂ ਸਿੱਖ ਸਕਦੇ ਹਨ, ਉਹਨਾਂ ਲਈ ਜ਼ਰੂਰੀ ਸ਼ਰਤ ਹੈ। ਸਾਰੇ ਬੱਚੇ ਛੋਟੀ ਉਮਰ ਦੇ ਵਿੱਚ ਭਾਸ਼ਾ ਸਿੱਖ ਸਕਦੇ ਨੇ, ਬਟ ਇੰਪੋਰਟੈਂਟ ਲਾਈਨ ਕੀ ਹੈ ਕਿ ਬੱਚਿਆਂ ਨੂੰ ਭਾਸ਼ਾਵਾਂ ਦਾ ਅਮੀਰ ਚੌਗਿਰਦਾ ਦਿੱਤਾ ਜਾਵੇ। ਉਹਨਾਂ ਦੇ ਵਾਤਾਵਰਨ ਹੈ ਉਸ ਦੇ ਵਿੱਚ ਕਾਫੀ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ ਬੋਲੀਆਂ ਜਾਣ। ਬੱਚੇ ਫਿਰ ਇੱਕ ਤੋਂ ਵੱਧ ਭਾਸ਼ਾਵਾਂ ਸਿੱਖ ਲੈਣਗੇ। ਸੋ ਬੱਚਿਆਂ ਨੂੰ ਭਾਸ਼ਾਵਾਂ ਦਾ ਅਮੀਰ ਚੌਗਿਰਦਾ ਦਿੱਤਾ ਜਾਵੇ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਪ੍ਰਾਥਮਿਕ ਸਤਰ 'ਤੇ ਭਾਸ਼ਾ ਸਿਖਾਉਣ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਕੀ ਹੈ? ਸਭ ਤੋਂ ਮਹੱਤਵਪੂਰਨ ਉਦੇਸ਼ ਹੈ ਕਿ ਘਰ ਦੀ ਅਤੇ ਸਕੂਲ ਦੀ ਭਾਸ਼ਾ ਦੇ ਵਿੱਚ ਸੰਬੰਧ ਬਣਾਇਆ ਜਾਵੇ, ਜਿਸ ਦੇ ਨਾਲ ਉਸਦੀ ਜਿਹੜੀ ਲੈਂਗੁਏਜ ਡਿਵੈਲਪਮੈਂਟ ਹੈ ਇੱਕ ਅੱਛੀ ਹੋ ਸਕੇਗੀ। ਪ੍ਰਾਥਮਿਕ ਸਤਰ 'ਤੇ ਵਧੀਆ ਲਿਖਤ ਕੰਮ ਦਾ ਉਦਾਹਰਣ ਹੈ। ਛੁੱਟੀਆਂ ਕਿਵੇਂ ਮਨਾਈਆਂ ਜਾਣ? ਜਾਂ ਫਿਰ ਆਹ ਵਾਲਾ, ਕਿਸੇ ਅੱਖੀ ਦੇਖੀ ਘਟਨਾ ਦਾ ਲਿਖਤੀ ਵਰਣਨ ਕਰਨਾ। ਲਿਖਤੀ ਕੰਮ ਦੀ ਸਭ ਤੋਂ ਵਧੀਆ ਉਦਾਹਰਨ ਹੋ ਸਕਦੀ ਹੈ ਕਿ ਕੋਈ ਵੀ ਅੱਖੀ ਵੇਖੀ ਘਟਨਾ ਹੋਵੇ ਉਸਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਠੀਕ ਹੈ, ਲਿਖਤੀ ਵਰਣਨ ਕਰੋ। ਨੈਕਸਟ ਹੈ, ਭਾਸ਼ਾ ਦਾ ਅਤੀ ਮਹੱਤਵਪੂਰਨ ਕੰਮ ਹੈ। ਭਾਸ਼ਾ ਦਾ ਕੰਮ ਕੀ ਹੈ? ਬੋਲ ਚਾਲ ਦੀ ਕਲਾ। ਭਾਸ਼ਾ ਦਾ ਮਹੱਤਵਪੂਰਨ ਕੰਮ ਕੀ ਕਿ ਅਸੀਂ ਜਿਹੜੇ ਇੰਨੇ ਕੁ ਨਿਪੁੰਨ ਹੋ ਜਾਈਏ ਕਿ ਆਪਣੀ ਜਿਹੜੀ ਵਿਚਾਰ ਨੇ, ਆਪਣੇ ਜਿਹੜੇ ਫੀਲਿੰਗਸ ਨੇ ਉਹ ਦੂਜਿਆਂ ਤੱਕ ਪੇਸ਼ ਕਰ ਸਕੀਏ। ਬੋਲ ਚਾਲ ਦੀ ਕਲਾ ਹੋਵੇ, ਇਹ ਕੀ ਹੈ? ਭਾਸ਼ਾ ਦਾ ਮਹੱਤਵਪੂਰਨ ਕੰਮ ਹੈ। ਪ੍ਰਾਥਮਿਕ ਸਤਰ 'ਤੇ ਬੱਚਿਆਂ ਵਿੱਚ ਸਿਰਜਣਾਤਮਕਤਾ ਦਾ ਵਿਕਾਸ ਕਰਨ ਲਈ, ਸਿਰਜਣਾਤਮਕਤਾ ਅਰਥਾਤ ਕ੍ਰੀਏਟੀਵਿਟੀ ਦਾ ਵਿਕਾਸ ਕਰਨ ਲਈ ਸਭ ਤੋਂ ਵਧੀਆ ਤਰੀਕਾ ਕੀ ਹੈ? ਸਭ ਤੋਂ ਵਧੀਆ ਤਰੀਕਾ ਕੀ ਹੈ ਜੀ? ਸਾਰੇ ਆਪਸ਼ਨਸ ਪੜ੍ਹੋ ਅਤੇ ਆਨਸਰ ਦਿਓ। ਅਧੂਰੀ ਕਹਾਣੀ ਨੂੰ ਪੂਰਾ ਕਰਾਉਣਾ। ਅਧੂਰੀ ਕਹਾਣੀ ਲਿਖੀ ਹੁੰਦੀ ਹੈ ਨਾ, ਉਹਨੂੰ ਪੂਰਾ ਕਰਨਾ ਹੁੰਦਾ ਹੈ। ਇਸ ਦੇ ਨਾਲ ਉਹਨਾਂ ਦੀ ਕ੍ਰੀਏਟੀਵਿਟੀ ਦਾ ਵਿਕਾਸ ਹੋਏਗਾ, ਯਾਨੀ ਕਿ ਸਿਰਜਣਾਤਮਕਤਾ ਦਾ ਵਿਕਾਸ ਹੋਵੇਗਾ। ਨੈਕਸਟ ਕੁਐਸਚਨ 46 ਕੁਐਸਚਨ ਹੈ, ਉੱਚ ਪ੍ਰਾਥਮਿਕ ਸਤਰ 'ਤੇ ਪੜ੍ਹਾਉਣ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ? ਪੜ੍ਹੀ ਗਈ ਸਮੱਗਰੀ ਤੋਂ ਜਾਣਕਾਰੀ ਪ੍ਰਾਪਤ ਕਰਨਾ, ਪੜ੍ਹੀ ਗਈ ਸਮੱਗਰੀ ਦਾ ਸ਼ਬਦਕੋਸ਼ ਦੁਹਰਾਉਣਾ, ਪੜ੍ਹੀ ਗਈ ਸਮੱਗਰੀ ਦੇ ਆਧਾਰ 'ਤੇ ਸਿੱਟੇ ਕੱਢਣਾ। ਆਹ ਦੇਖੋ ਰਾਈਟ ਆਨਸਰ ਕੀ ਹੈ? ਉੱਚ ਪ੍ਰਾਥਮਿਕ, ਜਿਹੜਾ ਉੱਚ ਪੱਧਰ ਹੈ, ਠੀਕ ਹੈ, 5th ਲੈਵਲ ਤੋਂ ਅਪ ਦੀ ਜਿਹੜੀ ਕਲਾਸਿਸ ਨੇ, ਉਹਨਾਂ ਦਾ ਕੀ ਉਦੇਸ਼ ਹੈ? ਪੜ੍ਹੀ ਗਈ ਸਮੱਗਰੀ ਦੇ ਆਧਾਰ 'ਤੇ ਸਿੱਟਾ ਕੱਢਣਾ, ਕਨਕਲੂਜ਼ਨ ਕੱਢਿਆ ਜਾਵੇ ਜੋ ਕੁਝ ਵੀ ਪੜ੍ਹਿਆ ਹੈ। ਨੈਕਸਟ ਕੁਐਸਚਨ, ਬੱਚਿਆਂ ਵਿੱਚ ਜਨਮਜਾਤ ਭਾਸ਼ਿਕ ਯੋਗਤਾ ਹੁੰਦੀ ਹੈ, ਇਸ ਦਾ ਇੱਕ ਵਿਦਿਅਕ ਕਥਨ ਹੈ। ਬੱਚਿਆਂ ਦੇ ਵਿੱਚ ਕੀ ਜਨਮਜਾਤ ਯੋਗਤਾ ਹੁੰਦੀ ਹੈ ਭਾਸ਼ਾ ਨੂੰ ਸਿੱਖਣ ਲਈ। ਰਾਈਟ ਆਨਸਰ ਇਸ ਦਾ ਕੀ ਹੈ ਕਿ ਬੱਚਿਆਂ ਨੂੰ ਭਰਪੂਰ ਭਾਸ਼ਿਕ ਚੌਗਿਰਦਾ ਦੇ ਭਾਸ਼ਾ ਪ੍ਰਯੋਗ ਕਰਨ ਦੇ ਮੌਕੇ ਦਿੱਤੇ ਜਾਣ। ਉੱਚ ਪ੍ਰਾਥਮਿਕ ਦਰਜੇ ਲਈ ਭਾਸ਼ਾ ਦੇ ਅਧਿਆਪਨ ਦੇ ਰੂਪ ਵਿੱਚ ਤੁਸੀਂ ਕਿਸ ਨੂੰ ਵੱਧ ਮਹੱਤਵ ਦਿੰਦੇ ਹੋ? ਵੱਖਰੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਇਸਤੇਮਾਲ ਨੂੰ। ਇਸ ਦਾ ਰਾਈਟ ਆਨਸਰ ਕੀ ਹੈ? ਵੱਖਰੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਇਸਤੇਮਾਲ ਨੂੰ। ਪੰਜਾਬੀ ਭਾਸ਼ਾ ਸਿੱਖਣ ਸਿਖਾਉਣ ਦੇ ਸੰਦਰਭ ਵਿੱਚ ਕਿਹੜਾ ਕਥਨ ਸਹੀ ਹੈ? ਕਿਹੜਾ ਕਥਨ ਸਹੀ ਹੈ? ਪੰਜਾਬੀ ਭਾਸ਼ਾ ਦਾ ਅਮੀਰ ਚੌਗਿਰਦਾ ਭਾਸ਼ਾ ਸਿੱਖਣ ਵਿੱਚ ਮਦਦ ਕਰਦਾ ਹੈ। ਰਾਈਟ ਆਨਸਰ ਕੀ ਹੈ? ਆਪਸ਼ਨ 4। 50 ਕੁਐਸਚਨ ਹੈ, ਭਾਸ਼ਾ ਆਪਣੇ ਆਪ ਵਿੱਚ ਇੱਕ ਨੇਮਬੱਧ ਢਾਂਚਾ ਹੈ। ਭਾਸ਼ਾ ਦੇ ਸੰਦਰਭ ਵਿੱਚ ਇਹ ਕਥਨ ਸੱਚ ਹੈ, ਥੋੜ੍ਹਾ ਜਿਹਾ ਝੂਠ, ਸੱਚ ਹੈ, ਥੋੜ੍ਹਾ ਜਿਹਾ ਝੂਠ ਹੈ ਜਾਂ ਪੂਰਨ ਝੂਠ ਹੈ? ਰਾਈਟ ਆਨਸਰ ਕੀ ਹੈ? ਬਿਲਕੁਲ ਸੱਚ ਹੈ। ਭਾਸ਼ਾ ਆਪਣੇ ਆਪ ਵਿੱਚ ਇੱਕ ਨੇਮਬੱਧ ਢਾਂਚਾ ਹੈ। 51 ਕੁਐਸਚਨ ਹੈ, ਬੱਚਿਆਂ ਵਿੱਚ ਭਾਸ਼ਾ ਸਿੱਖਣ ਦੀ ਜਨਮਜਾਤ ਹੀ ਯੋਗਤਾ ਹੁੰਦੀ ਹੈ। ਇਹ ਗੱਲ ਕੌਣ ਕਹਿੰਦੇ ਨੇ? ਨੋਮ ਚੌਮਸਕੀ। ਵਾਈਗੋਟਸਕੀ ਨੇ ਭਾਸ਼ਾ ਸਿੱਖਣ ਦੇ ਸੰਦਰਭ 'ਚ ਸਭ ਤੋਂ ਜ਼ਿਆਦਾ ਜ਼ੋਰ ਕਿਸ 'ਤੇ ਦਿੱਤਾ ਹੈ? ਸਮਾਜ 'ਤੇ ਦਿੱਤਾ ਹੈ। ਸਿੱਖਣ ਤੋਂ ਭਾਵ ਹੈ, ਸਿੱਖਣ ਤੋਂ ਭਾਵ ਕੀ ਹੈ? ਸਿੱਖਿਆਰਥੀ ਦੇ ਵਿਵਹਾਰ ਦੇ ਵਿੱਚ ਸਥਾਈ ਪਰਿਵਰਤਨ। ਨੈਕਸਟ ਕੁਐਸਚਨ, ਅਭਿਪ੍ਰੇਰਣਾ ਦੇ ਸਿਧਾਂਤ 'ਤੇ ਚੱਲਦਿਆਂ ਬੱਚੇ ਅੰਦਰ ਕੀ ਪੈਦਾ ਹੁੰਦੀ ਹੈ?
ਅਭਿਪ੍ਰੇਰਣਾ ਦੇ ਸਿਧਾਂਤ ਦੇ ਨਾਲ ਬੱਚੇ ਵਿੱਚ ਕੀ ਪੈਦਾ ਹੋਏਗੀ? ਕਿਰਿਆਸ਼ੀਲਤਾ, ਐਕਟਿਵ ਹੋ ਕੇ ਸਿੱਖੇਗਾ। ਵਿਚਾਰ ਆਤਮਾ ਦੀ ਮੂਲ ਆਵਾਜ਼ ਹੈ, ਪਰੰਤੂ ਜਦੋਂ ਹੀ ਇਹ ਧੁਨੀ ਆਤਮਿਕ ਹੋ ਕੇ ਬੁੱਲ੍ਹਾਂ ਉੱਪਰ ਪ੍ਰਗਟ ਹੁੰਦੀ ਹੈ ਤਾਂ ਇਸ ਨੂੰ ਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਇਹ ਗੱਲ ਕੌਣ ਕਹਿੰਦੇ ਨੇ? ਪਲੈਟੋ ਇਹ ਗੱਲ ਕਹਿੰਦੇ ਨੇ। 2015 ਦੇ ਵਿੱਚ ਇਹ ਕੁਐਸਚਨ ਆਇਆ ਸੀ। ਭਾਸ਼ਾ ਸਿੱਖਣ ਦੇ ਸੁਭਾਵਿਕਤਾ ਤੇ ਸਿਧਾਂਤ ਦਾ ਆਧਾਰ ਹੈ। 2015 'ਚ ਦੇਖੋ ਰਿਪੀਟ ਹੋਇਆ ਵਾ ਇਹ ਕੁਐਸਚਨ, ਵੈਰੀ ਇੰਪੋਰਟੈਂਟ, ਇਸ ਨੂੰ ਧਿਆਨ ਦੇ ਵਿੱਚ ਰੱਖੋ। ਭਾਸ਼ਾ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੁੰਦੀ ਹੈ। ਠੀਕ ਹੈ। ਨੈਕਸਟ ਕੁਐਸਚਨ, ਹੇਠਾਂ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ? ਹੇਠਾਂ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ? ਮਨੁੱਖ ਨੂੰ ਭਾਸ਼ਾ ਸਕੂਲ ਵਿੱਚ ਜਾ ਕੇ ਹੀ ਸਿੱਖਣੀ ਚਾਹੀਦੀ ਹੈ, ਜਾਂ ਫਿਰ ਮਨੁੱਖ ਭਾਸ਼ਾ ਤਾਂ ਹੀ ਸਿੱਖ ਸਕਦਾ ਹੈ ਪਰ ਹਰ ਮਨੁੱਖ ਨੂੰ ਭਾਸ਼ਾ ਦੇ ਨਿਯਮਾਂ ਦੇ ਸੁਚੇਤ ਗਿਆਨ ਨਹੀਂ ਹੁੰਦਾ। ਕਿਹੜਾ ਕਥਨ ਸਹੀ? ਕਿ ਭਾਸ਼ਾ ਤਾਂ ਸਿੱਖ ਸਕਦਾ ਹੈ ਪਰ ਉਸ ਨੂੰ ਕੀ ਹੁੰਦਾ ਹੈ? ਭਾਸ਼ਾ ਦੇ ਨਿਯਮਾਂ ਦਾ ਸੁਚੇਤ ਗਿਆਨ ਨਹੀਂ ਹੁੰਦਾ। ਬਾਕੀ ਆਪਸ਼ਨਸ ਵੀ ਤੁਸੀਂ ਰੀਡ ਕਰ ਸਕਦੇ ਹੋ, ਮੈਂ ਆਨਸਰ ਦੱਸ ਰਹੀ ਹਾਂ। ਭਾਸ਼ਾ ਸਿੱਖਿਆ ਬਾਰੇ ਹੇਠਾਂ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ? ਕਿਹੜਾ ਠੀਕ ਹੈ? ਆਪਸ਼ਨ 4 ਇਹਦੀ ਠੀਕ ਹੈ। ਚਲੋ ਸਾਰੇ ਆਪਸ਼ਨਸ ਪੜ੍ਹ ਲੈਂਦੇ ਹਾਂ। ਦੂਜੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਲਈ ਮਾਤ ਭਾਸ਼ਾ ਰੁਕਾਵਟ ਬਣਦੀ ਹੈ। ਜਿਸ ਨੂੰ ਮਾਤ ਭਾਸ਼ਾ ਆਉਂਦੀ ਹੈ ਉਸ ਨੂੰ ਕੋਈ ਹੋਰ ਭਾਸ਼ਾ ਸਿੱਖਣ ਦੀ ਲੋੜ ਨਹੀਂ ਹੈ। ਵਿਦੇਸ਼ੀ ਭਾਸ਼ਾ ਸਿੱਖਣ ਦਾ ਇੱਕੋ ਇੱਕ ਤਰੀਕਾ ਸਕੂਲ ਤੇ ਘਰ ਵਿੱਚ ਉਹੀ ਭਾਸ਼ਾ ਬੋਲਣਾ ਹੈ। ਐਂਡ ਮਾਤ ਭਾਸ਼ਾ ਠੀਕ ਤਰ੍ਹਾਂ ਸਿੱਖਣ ਉਪਰੰਤ ਹੀ ਕੋਈ ਹੋਰ ਭਾਸ਼ਾ ਠੀਕ ਤਰ੍ਹਾਂ ਸਿੱਖੀ ਜਾ ਸਕਦੀ ਹੈ। ਅਗਰ ਮਾਤ ਭਾਸ਼ਾ ਆਉਂਦੀ ਹੋਏਗੀ ਤਾਂ ਹੀ ਦੂਸਰੀ ਭਾਸ਼ਾ ਸਿੱਖੋਗੇ ਨਾ, ਅਗਰ ਆਪਣੀ ਭਾਸ਼ਾ ਨਹੀਂ ਆਉਂਦੀ ਤਾਂ ਦੂਜੀ ਕੀ ਸਿੱਖੋਗੇ। ਨੈਕਸਟ ਹੈ, ਸਿੱਖਣਾ ਇੱਕ ਗਤੀਸ਼ੀਲ ਕਿਰਿਆ ਹੈ, ਇਸ ਲਈ ਪਾਠਕ੍ਰਮ ਦਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ? ਪਾਠਕ੍ਰਮ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਜਿਸ ਦੇ ਵਿੱਚ ਸੁਧਾਰ ਕੀਤਾ ਜਾ ਸਕੇ, ਲਚਕੀਲਾ ਹੋਵੇ, ਜਿਸ ਵਿੱਚ ਜਲਦੀ ਤਬਦੀਲੀ ਨਾਲ ਸੁਧਾਰ ਹੋ ਸਕੇ। ਨੈਕਸਟ ਕੁਐਸਚਨ, ਸ਼ਬਦਾਂ ਦੇ ਮੂਲ ਨੂੰ ਜਾਣਨ ਲਈ ਕਿਸ ਕਿਸਮ ਦਾ ਕੋਸ਼ ਵਧੇਰੇ ਸਹਾਈ ਹੁੰਦਾ ਹੈ? ਸ਼ਬਦਾਂ ਦੇ ਮੂਲ ਨੂੰ ਜਾਣਨ ਦੇ ਲਈ ਕਿਹੜਾ ਕੋਸ਼ ਸਭ ਤੋਂ ਬੈਸਟ ਰਹੇਗਾ? ਨਿਰੁਕਤ ਕੋਸ਼। ਕਿਹੜਾ ਕੋਸ਼ ਜੀ? ਨਿਰੁਕਤ ਕੋਸ਼। 2015 'ਚ ਕੁਐਸਚਨ ਆਇਆ ਸੀ। ਪ੍ਰਾਇਮਰੀ ਜਮਾਤਾਂ 'ਚ ਭਾਸ਼ਾ ਸਿੱਖਣ ਲਈ ਪਾਠ ਸਮੱਗਰੀ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ। ਅਮੂਰਤ ਵਿਚਾਰ, ਜਿਹੜੇ ਪ੍ਰਾਇਮਰੀ ਜਮਾਤਾਂ ਨੇ ਉਹਨਾਂ ਦੇ ਵਿੱਚ ਅਮੂਰਤ ਵਿਚਾਰ ਨਹੀਂ ਹੋਣੇ ਚਾਹੀਦੇ ਪਾਠ ਸਮੱਗਰੀ ਵਿੱਚ ਸ਼ਾਮਿਲ, ਕਿਉਂਕਿ ਜਿਹੜੇ ਅਮੂਰਤ ਵਿਚਾਰ ਨੇ ਤੁਸੀਂ ਕਿਹੜੀ ਭਾਸ਼ਾਵਾਂ ਕਦੋਂ ਸਟਾਰਟ ਕਰੋਗੇ? ਪ੍ਰਾਇਮਰੀ ਜਮਾਤਾਂ ਤੋਂ, ਜਿਹੜੀਆਂ ਅਪ ਦੀਆਂ ਕਲਾਸਿਸ ਨੇ ਉਹਨਾਂ ਦੇ ਵਿੱਚ। ਠੀਕ ਹੈ ਜੀ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਬੱਚੇ ਦੀ ਭਾਸ਼ਾ ਸਿਖਲਾਈ 'ਚ ਮਹੱਤਵਪੂਰਨ ਭੂਮਿਕਾ ਨਹੀਂ ਨਿਭਾਉਂਦਾ? ਬਾਲਗ ਦੀ ਭਾਸ਼ਾ ਦਾ ਅਨੁਕਰਨ, ਧੁਨੀ ਸੰਯੋਜਨ ਦੀ ਵਰਤੋਂ ਸਿੱਖਣਾ, ਵਾਕ ਵਿਉਂਤ ਲਈ ਨੇਮ ਸਿੱਖਣਾ, ਜਾਂ ਫਿਰ ਪਰਸਪਰ ਕਿਰਿਆ ਪੈਟਰਨ ਦੀ ਵਰਤੋਂ ਕਰਨਾ। ਸੋ ਰਾਈਟ ਆਨਸਰ ਕੀ ਹੈ? ਵਾਕ ਵਿਉਂਤ ਲਈ ਨੇਮ ਸਿੱਖਣਾ। ਪ੍ਰਾਇਮਰੀ ਪੱਧਰ ਤੇ ਭਾਸ਼ਾ ਦੇ ਕਰਿਕੂਲਮ ਦਾ ਉਦੇਸ਼ ਹੈ ਸਿਖਿਆਰਥੀ ਨੂੰ ਪ੍ਰਭਾਵਸ਼ਾਲੀ ਵਕਤਾ ਅਤੇ ਲੇਖਕ ਬਣਾਉਣਾ, ਸਾਹਿਤਕ ਵਿਧਾਵਾਂ ਦੀਆਂ ਬੁਨਿਆਦੀ ਸਮਝ ਹਾਸਲ ਕਰਨਾ, ਸਾਰੇ ਕੌਸ਼ਲਾਂ ਵਿੱਚ ਬੁਨਿਆਦੀ ਨਿਪੁੰਨਤਾ ਹਾਸਲ ਕਰਨਾ। ਇਹ ਪਹਿਲੇ ਵੀ ਕੁਐਸਚਨ ਆਪਾਂ ਕਰ ਚੁੱਕੇ ਹਾਂ। ਠੀਕ ਹੈ, ਇੰਪੋਰਟੈਂਟ ਹੈ, ਰਿਪੀਟ ਹੋਇਆ ਵੈ। ਪ੍ਰਾਇਮਰੀ ਪੱਧਰ ਤੇ ਭਾਸ਼ਾਈ ਸਮਰੱਥਾ ਦੇ ਮੁਲਾਂਕਣ ਲਈ ਹੇਠਾਂ ਲਿਖਿਆਂ 'ਚੋਂ ਤੁਸੀਂ ਸਭ ਤੋਂ ਜ਼ਿਆਦਾ ਮਹੱਤਤਾ ਕਿਸ ਨੂੰ ਦਿਓਗੇ? ਸਭ ਤੋਂ ਜ਼ਿਆਦਾ ਮਹੱਤਤਾ ਕਿਸ ਨੂੰ ਦਿਓਗੇ ਪ੍ਰਾਇਮਰੀ ਪੱਧਰ ਤੇ ਭਾਸ਼ਾਈ ਸਮਰੱਥਾ ਦੇ ਮੁਲਾਂਕਣ ਦੇ ਲਈ? ਕਿਸੇ ਵੇਖੀ ਹੋਈ ਫਿਲਮ ਦਾ ਆਲੋਚਨਾਤਮਕ ਮੁਲਾਂਕਣ ਲਿਖਣ ਲਈ ਆਖਣਾ, ਜਾਂ ਫਿਰ ਸਿਖਿਆਰਥੀ ਨੂੰ ਕਹਾਣੀ ਆਪਣੇ ਸ਼ਬਦਾਂ 'ਚ ਸੁਣਾਉਣ ਲਈ ਕਹਿਣਾ, ਪਾਠ ਦੇ ਅੰਤ ਵਿੱਚ ਦਿੱਤੇ ਗਏ ਸਵਾਲਾਂ ਦੇ ਜਵਾਬ ਲਿਖਣ ਲਈ ਕਹਿਣਾ, ਕਾਵਿ ਵਸਤੂ ਦੀ ਪਛਾਣ ਕਰਨ ਲਈ ਆਖਣਾ। ਠੀਕ ਹੈ ਜੀ। ਸੋ ਤੁਸੀਂ ਪ੍ਰਾਇਮਰੀ ਪੱਧਰ 'ਤੇ ਬੱਚੇ ਨੂੰ ਕਿਹੜਾ ਸਭ ਤੋਂ ਜ਼ਿਆਦਾ ਕਿਸ ਨੂੰ ਮਹੱਤਤਾ ਦੋਗੇ? ਸੈਕਿੰਡ ਆਪਸ਼ਨ, ਕਿਉਂਕਿ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਅਪ ਲੈਵਲ ਦੀਆਂ ਹੋ ਜਾਣਗੀਆਂ ਜੋ ਕਿ ਉਹਨਾਂ ਨੂੰ ਬੱਚਾ ਨਹੀਂ ਕਰ ਪਾਏਗਾ। ਇਸ ਕਰਕੇ ਈਜ਼ੀ ਜਿਹਾ ਉਹਦੇ ਲਈ ਇਹੀ ਕੰਮ ਹੋਏਗਾ ਕਿ ਕਹਾਣੀ ਨੂੰ ਆਪਣੇ ਸ਼ਬਦਾਂ 'ਚ ਸੁਣਾਵੇ। ਨੈਕਸਟ ਹੈ, ਪ੍ਰਾਇਮਰੀ ਪੱਧਰ 'ਤੇ ਪੜ੍ਹਨ ਕੌਸ਼ਲ ਦਾ ਅਰਥ ਹੈ। ਪੜ੍ਹਨ ਕੌਸ਼ਲ ਦਾ ਕੀ ਮਤਲਬ ਹੈ? ਜਦੋਂ ਤੁਸੀਂ ਰੀਡਿੰਗ ਕਰ ਰਹੇ ਹੋ ਤਾਂ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ, ਸਮਝ ਕੇ ਪੜ੍ਹਨਾ। ਰਾਈਟ ਆਨਸਰ ਕੀ ਹੋਏਗਾ? ਸਮਝ ਕੇ ਪੜ੍ਹਨਾ। ਨੈਕਸਟ 66 ਕੁਐਸਚਨ ਹੈ, ਪ੍ਰਾਇਮਰੀ ਪੱਧਰ 'ਤੇ ਬੱਚਿਆਂ ਲਈ ਤੁਸੀਂ ਮੁੱਖ ਰੂਪ ਵਿੱਚ ਕਿਹੋ ਜਿਹੇ ਬਾਲ ਸਾਹਿਤ ਦੀ ਚੋਣ ਕਰਨਾ ਪਸੰਦ ਕਰੋਗੇ? ਬੱਚਿਆਂ ਲਈ ਕਿਹੋ ਜਿਹੇ ਬਾਲ ਸਾਹਿਤ ਵਰਤਣੇ ਚਾਹੀਦੇ ਨੇ? ਉਹ ਜਿਹੇ ਬਾਲ ਸਾਹਿਤ ਜਿਹੜੇ ਦਿਲਚਸਪ ਹੋਣ ਅਤੇ ਬੱਚਿਆਂ ਦੇ ਅਨੁਭਵ ਦੇ ਨਾਲ ਜੁੜੇ ਹੋਣ। ਠੀਕ ਹੈ ਜੀ। ਨੈਕਸਟ ਕੁਐਸਚਨ, ਹੈਵ ਪੇਸ਼ੈਂਸ। ਬਸ ਥੋੜ੍ਹੇ ਹੀ ਕੁਐਸਚਨ ਰਹਿ ਗਿਆ। ਪ੍ਰਾਇਮਰੀ ਪੱਧਰ 'ਤੇ ਮਾਤ ਭਾਸ਼ਾ ਸਿੱਖਿਆ ਦਾ ਵਿਧਾਨ ਹੈ। ਠੀਕ ਹੈ ਜੀ। ਮਾਤ ਭਾਸ਼ਾ ਨੂੰ ਸਿਖਾਇਆ ਜਾਵੇ ਕਿਸ ਧਾਰਾ ਦੇ ਵਿੱਚ ਕਿਹਾ ਗਿਆ ਹੈ? 351। ਸੰਵਿਧਾਨ ਦੀ ਧਾਰਾ 351 ਦੇ ਵਿੱਚ। ਇੰਪੋਰਟੈਂਟ ਹੈ, ਰਿਪੀਟ ਹੋ ਸਕਦਾ ਹੈ।
ਪੜ੍ਹਾਈ ਵਿੱਚ ਉੱਚੇ ਸੁਰ ਅਤੇ ਨੀਵੇਂ ਸੁਰ ਦੇ ਪ੍ਰਯੋਗ ਨੂੰ ਕੀ ਕਿਹਾ ਜਾਂਦਾ ਹੈ? ਸੁਰ ਲਹਿਰ। ਸੁਰ ਲਹਿਰ। ਨੈਕਸਟ ਕੁਐਸਚਨ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਪਾਠ ਪੁਸਤਕ ਦੇ ਅੰਦਰੂਨੀ ਪੱਖ ਨੂੰ ਪੇਸ਼ ਕਰਦਾ ਹੈ? ਅੰਦਰੂਨੀ ਪੱਖ ਦੀ ਜਦੋਂ ਅਸੀਂ ਗੱਲ ਕਰੀਏ ਤਾਂ ਕਿਹੜੇ ਆਪਸ਼ਨ ਪੇਸ਼ ਕਰੇਗੀ? ਆਪਸ਼ਨ 2 ਕੇਵਲ 2 3 4 ਇਹ ਕੀ ਅੰਦਰੂਨੀ ਪੱਖ ਨੂੰ ਕਰਦੇ ਨੇ, ਕਿਉਂਕਿ ਜਿਹੜਾ ਡਿਜ਼ਾਈਨ ਹੈ ਮੁੱਖ ਪੰਨਾ ਤੇ ਪੁਸਤਕ ਦਾ ਮੁੱਲ ਹੈ ਉਹ ਕਿਸ 'ਚ ਆ ਜਾਏਗਾ? ਬਾਹਰ ਹੀ ਜਾਏਗਾ। ਬਟ ਸ਼ਬਦਕੋਸ਼ ਪਾਠ ਪੁਸਤਕ ਦੇ ਵਿਚਲੀ ਚੀਜ਼ ਹੋਗੀ ਨਾ, ਵਿਆਖਿਆ, ਟਿੱਪਣੀ, ਵਿਸ਼ਾ ਸਮੱਗਰੀ, ਭਾਸ਼ਾ, ਰਚਨਾਕਾਰ ਨਾਲ ਜਾਣ ਪਛਾਣ, ਸਿਰਲੇਖ, ਸੰਬੰਧ ਚਿੱਤਰ, ਇਹ ਸਾਰੇ ਕਿਉਂਕਿ ਉਹਦੇ ਅੰਦਰੂਨੀ ਪੱਖ ਹੋ ਗਏ। ਡਿਜ਼ਾਈਨ ਮੁੱਖ ਪੰਨਾ ਤੇ ਪੁਸਤਕ ਦਾ ਮੁੱਲ ਕੀ ਹੈ? ਬਾਹਰੀ ਪੱਖ ਹੋ ਗਿਆ। ਠੀਕ ਹੈ। ਨੈਕਸਟ ਕੁਐਸਚਨ, ਪ੍ਰਾਇਮਰੀ ਪੱਧਰ ਤੇ ਪੜ੍ਹਨ ਦਾ ਆਦਰਸ਼ ਰੂਪ ਕੀ ਹੈ? ਪੜ੍ਹਨ ਦਾ ਆਦਰਸ਼ ਰੂਪ ਕੀ ਹੈ? ਮੌਨ ਪੜ੍ਹਨਾ, ਚੁੱਪਚਾਪ ਪੜ੍ਹਨਾ, ਮੂੰਹ 'ਚ ਬੋਲ ਕੇ। ਠੀਕ ਹੈ, यानी कि ਉੱਚੀ ਉੱਚੀ ਬੋਲ ਕੇ ਨਹੀਂ ਪੜ੍ਹਨਾ ਬਲਕਿ ਮੌਨ ਪੜ੍ਹਨਾ। ਨੈਕਸਟ ਕੁਐਸਚਨ, ਪ੍ਰਾਇਮਰੀ ਪੱਧਰ ਤੇ ਬੱਚਾ ਜਮਾਤ ਵਿੱਚ ਗੱਲਾਂ ਬਾਤਾਂ ਕਰਦੇ ਹੋਏ ਵਿੱਚ ਆਪਣੀ ਮਾਂ ਬੋਲੀ ਦੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ ਤਾਂ ਤੁਸੀਂ ਕੀ ਕਰੋਗੇ? ਮਾਂ ਬੋਲੀ ਦਾ ਇਸਤੇਮਾਲ ਕਰਨ ਤੋਂ ਮਨਾ ਕਰੋਗੇ, ਉਸ ਨੂੰ ਨਿਰੋਲ ਪੰਜਾਬੀ ਦੀ ਵਰਤੋਂ ਕਰਨ ਲਈ ਮਜਬੂਰ ਕਰੋਗੇ, ਜਾਂ ਫਿਰ ਉਸ ਦੀ ਗੱਲ ਚਾਅ ਨਾਲ ਸੁਣੋਗੇ ਤੇ ਉਸ ਦੀ ਗੱਲ ਨੂੰ ਪੰਜਾਬੀ ਵਿੱਚ ਦੁਹਰਾਓਗੇ? ਸੋ ਕੀ ਕਰੋਗੇ ਤੁਸੀਂ? ਉਸ ਦੀ ਗੱਲ ਨੂੰ ਚਾਅ ਨਾਲ ਸੁਣੋਗੇ ਅਤੇ ਉਸ ਨੂੰ ਪੰਜਾਬੀ ਵਿੱਚ ਦੁਹਰਾਓਗੇ। ਨੈਕਸਟ ਕੁਐਸਚਨ, ਵਾਈਗੋਟਸਕੀ ਦੇ ਅਨੁਸਾਰ ਭਾਸ਼ਾ ਸਿੱਖਣ ਵਿੱਚ ਕਿਸ ਦੀ ਸਭ ਤੋਂ ਜ਼ਿਆਦਾ ਵੱਧ ਭੂਮਿਕਾ ਹੈ? ਦੇਖੋ ਵਾਈਗੋਟਸਕੀ ਕਿੰਨੀ ਵਾਰ ਆ ਗਿਆ? 3-4 ਵਾਰ ਤਾਂ ਪੁੱਛਿਆ ਗਿਆ ਹੈ ਨਾ ਜੀ। ਕਿੰਨੇ ਇੰਪੋਰਟੈਂਟ ਨੇ ਇਹ? ਸਮਾਜ, ਆਂਸਰ ਕੀ ਆਣਾ? ਸਮਾਜ। ਸਮਾਜ ਈਜ਼ੀ ਹੈ ਨਾ, ਬਸ ਅਲੱਗ ਅਲੱਗ ਘੁਮਾ ਫਿਰਾ ਕੇ ਪੁੱਛ ਰਹੇ ਹਾਂ ਬਾਰ-ਬਾਰ ਇੱਕੋ ਕੁਐਸਚਨ ਨੂੰ। ਜਿਹੜੀ ਭਾਸ਼ਾ ਬੱਚਾ ਆਪਣੇ ਆਲੇ ਦੁਆਲੇ ਨੂੰ ਸਿੱਖਦਾ ਹੈ ਉਹ ਕਿਹੜੀ ਹੁੰਦੀ ਹੈ? ਮਾਤ ਭਾਸ਼ਾ। ਬੱਚਾ ਜਿਹੜੀ ਭਾਸ਼ਾ ਆਪਣੇ ਸਕੂਲ 'ਚੋਂ ਸਿੱਖਦਾ ਹੈ ਉਹ ਕਿਹੜੀ ਹੈ ਜੀ? ਪਹਿਲੀ ਭਾਸ਼ਾ। ਠੀਕ ਹੈ, ਪਹਿਲੀ ਭਾਸ਼ਾ ਨੂੰ ਵੀ ਆਪਣੇ ਸਕੂਲ ਦੇ ਵਿੱਚੋਂ ਸਿੱਖਦਾ ਹੈ, ਉਸ ਦਾ ਲਿਖਤੀ ਗਿਆਨ ਤੇ ਪੜ੍ਹਨ ਦਾ, ਰੀਡਿੰਗ ਤੇ ਰਾਈਟਿੰਗ ਦਾ ਗਿਆਨ ਲੈਂਦਾ ਹੈ। ਨੈਕਸਟ ਕੁਐਸਚਨ, ਬੱਚਾ ਘਰ ਦੇ ਵਾਤਾਵਰਨ ਵਿੱਚੋਂ ਕਿਹੜੇ ਭਾਸ਼ਾ ਕੌਸ਼ਲ ਸਿੱਖ ਲੈਂਦਾ ਹੈ? ਸੁਣਨ ਤੇ ਬੋਲਣ। ਸੁਣਨ ਤੇ ਬੋਲਣ ਦੇ ਕੌਸ਼ਲ ਸਿੱਖ ਲੈਂਦਾ ਹੈ ਘਰੋਂ ਤੋਂ, ਲਿਖਣ ਤੇ ਪੜ੍ਹਨ ਦੇ ਸਕੂਲ 'ਚੋਂ ਸਿੱਖਦਾ ਹੈ। ਸਕੂਲ 'ਚੋਂ ਕਿਹੜੇ ਕੌਸ਼ਲ ਸਿੱਖਦਾ ਹੈ? ਲਿਖਣ ਤੇ ਪੜ੍ਹਨ ਦੇ। ਦੇਖੋ 2011 ਦੇ ਵਿੱਚ ਦੋਨੇ ਕੁਐਸਚਨ ਆ ਗਏ, ਕਿੰਨੇ ਈਜ਼ੀ ਸੀਗੇ ਕੁਐਸਚਨ ਇਹ। ਠੀਕ ਹੈ, ਜਦੋਂ ਕੋਈ ਗੈਰ ਪੰਜਾਬੀ ਭਾਸ਼ਾ ਸਿੱਖਦਾ ਹੈ ਤਾਂ ਉਸ ਲਈ ਕਿਹੜੀ ਭਾਸ਼ਾ ਹੋਵੇਗੀ? ਓਬਵੀਅਸਲੀ ਦੂਜੀ ਭਾਸ਼ਾ ਹੋਏਗੀ, ਸੈਕਿੰਡ ਲੈਂਗੁਏਜ। ਭਾਸ਼ਾ ਸਿਖਲਾਈ ਦੇ ਕਿੰਨੇ ਕੌਸ਼ਲ ਹਨ? 4। ਕਿਹੜੇ ਕਿਹੜੇ ਨੇ? ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ। ਭਾਸ਼ਾ ਨੂੰ ਸਿੱਖਣ ਲਈ ਨਿਯਮਬੱਧ ਪ੍ਰਣਾਲੀ ਕੀ ਹੈ? ਨਿਯਮਬੱਧ ਪ੍ਰਣਾਲੀ ਕੀ ਹੈ? ਵਿਆਕਰਣ। ਭਾਸ਼ਾ ਨੂੰ ਸਿੱਖਣਾ ਤਾਂ ਵਿਆਕਰਣ ਦਾ ਗਿਆਨ ਬਹੁਤ ਜ਼ਰੂਰੀ ਹੈ। ਕੀ ਭਾਸ਼ਾ ਸਿੱਖਣ ਲਈ ਵਿਆਕਰਣ ਮਹੱਤਵਪੂਰਨ ਰੋਲ ਅਦਾ ਕਰਦੀ ਹੈ? ਹਾਂਜੀ ਕਰਦੀ ਹੈ। ਰਾਈਟ ਆਂਸਰ ਕੀ ਹੋਏਗਾ? ਹਾਂ। ਕੀ ਗਲਤੀਆਂ ਭਾਸ਼ਾ ਸਿੱਖਣ ਵਿੱਚ ਮਦਦ ਕਰਦੀਆਂ ਹਨ? ਬਿਲਕੁਲ ਸਹੀ। ਦੇਖੋ ਕਿੰਨੇ ਈਜ਼ੀ ਕੁਐਸਚਨ ਆਏ ਹੋਏ ਨੇ 2011 'ਚ, ਹੈ ਨਾ। ਇਹ ਪ੍ਰੀਵੀਅਸ ਈਅਰ ਨੇ, ਹੋਰ ਵੀ ਕਾਫੀ ਸਾਰੇ ਪ੍ਰੀਵੀਅਸ ਈਅਰ ਪਏ ਨੇ ਆਪਣੇ ਕੋਲ ਅਵੇਲੇਬਲ ਨੇ, ਉਹ ਵੀ ਚੈਨਲ 'ਤੇ ਕਰਵਾਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕੰਪਲੀਟ ਪੰਜਾਬ ਜਿਹੜੀ CTP ਹੈਗੀ ਉਸਦੇ ਵੀ ਕਲਾਸਿਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਚੈਨਲ 'ਤੇ। 10 ਕਲਾਸਿਸ 8 ਕਲਾਸਿਸ ਆਪਾਂ ਅਪਲੋਡ ਕਰ ਚੁੱਕੇ ਹਾਂ, ਤੁਸੀਂ ਦੇਖ ਲਓ। ਕੰਪਲੀਟ ਪੰਜਾਬੀ ਪੈਡਾਗੋਜੀ ਦੀ ਵੀ ਕਲਾਸਿਸ ਕੱਲ੍ਹ ਤੋਂ ਸਟਾਰਟ ਹੋਈਆਂ ਨੇ, ਉਹਨਾਂ ਨੂੰ ਵੀ ਦੇਖੋ ਜਾ ਕੇ ਅਤੇ ਆਪਣੀ PSTET ਦੀ ਤਿਆਰੀ ਕਰੋ। ਐਤਕੀ PSTET ਨੂੰ ਕਲੀਅਰ ਕਰੋ ਅਤੇ ਆਉਣ ਵਾਲੀਆਂ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰਨਾ ਹੈ। ਠੀਕ ਹੈ, ਸੋ ਇਹ ਸੀ ਆਪਦੀ ਅੱਜ ਦੀ ਇਨਫੋਰਮੇਟਿਵ ਵੀਡੀਓ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰਕੇ ਜਾਣਾ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਆਪਣੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰਿਓ। ਆਲ ਦਾ ਬੈਸਟ।